किताब ते सिख भी निगलिया गया। लेखक कुलबीर सिंह कौड़ा। भाग 11वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। की ठीक की गलत। पंजाबी दी एक कहावत है, किसे नूं मां बादी किसे नूं मां मुआफक। खाण पीण ते पहनण दीआं गल्लां दा संबंध इलाकाई हुंदा है, धार्मिक नहीं। हजरत मुहम्मद साहब ने गर्म इलाके दे रहण वाले होण करके शराब पीनी मना कर दित्ती सी। सारे अरब ते होर इलाके विच 46 डिग्री तो 48 डिग्री ते कई बार 50 डिग्री सैल्सीਅस तक भी गर्मी पैंदी है। खजूरां खाणियां ते पानी पीना जां ऊठ दा मांस खाना उत्थों दे लोकां दी मुख खुराक सी। इलाका रेतला मारूथल होण दे नाल हरियावल दी घाट ते बारिश दे ना पैण करके रेत दे टिब्बियां ते तत्ती हवा दे ता दीआं हरनियां भजदियां फिरदियां हन। ਜਿਹੜੇ अरब देशां दे लोक समुद्रां दे कंढिਆਂ लागे ਰਹਿੰਦੇ ਸਨ, ਉਹ ਮੱਛੀ ਤੇ ਗੁਜ਼ਾਰਾ ਕਰਦੇ ਸਨ। ਗਰਮੀ ਦੀ ਵਜ੍ਹਾ ਕਰਕੇ ਹੀ ਅਰਬੀ ਲੋਕ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਖੁੱਲ੍ਹਾ ਚੋਲੇ ਵਰਗਾ ਕੱਪੜਾ ਪਾਉਂਦੇ ਹਨ। ਗਰਮ ਹਵਾ ਵਿੱਚ ਕਿਤੇ ਸਿਰ ਤੇ ਪਾਇਆ ਹੋਇਆ ਕੱਪੜਾ ਉੱਡ ਨਾ ਜਾਵੇ, ਇਸ ਲਈ ਸਿਰ ਤੇ ਗੋਲ ਰੱਸਾ ਜਿਹਾ ਬੰਨ੍ਹ ਲੈਂਦੇ ਹਨ, ਜਿਸ ਨੂੰ ਗਤਰਾ ਤੇ ਕੰਦੂਰਾ ਕਹਿੰਦੇ ਹਨ। ਅਰਬੀ ਲੋਕ ਪੈਰਾਂ ਵਿੱਚ ਚੱਪਲਾਂ ਜੀਆਂ ਵਰਗੀ ਜੁੱਤੀ ਪਾਉਂਦੇ ਹਨ, ਤਾਂ ਕਿ ਰੇਤ ਵਿੱਚ ਤੁਰਨ ਵੇਲੇ ਜੇ ਜੁੱਤੀ ਵਿੱਚ ਰੇਤ ਭਰ ਜਾਵੇ ਤਾਂ ਪੈਰ ਉਤਾਂਹ ਨੂੰ ਕਰਕੇ ਝਾੜੀ ਜਾ ਸਕੇ। ਆਮ ਤੌਰ ਤੇ ਅਰਬ ਦੇਸ਼ਾਂ ਦੀ ਤਰੱਕੀ ਤੋਂ ਪਹਿਲਾਂ ਅਰਥਾਤ 1971 ਤੋਂ ਪਹਿਲਾਂ ਜਦੋਂ ਅਰਬ ਮੁਲਕ ਅੰਗਰੇਜ਼ਾਂ ਹੱਥੋਂ ਆਜ਼ਾਦ ਹੋਏ, ਉਦੋਂ ਤੱਕ ਅਰਬੀਆਂ ਵਿੱਚ ਡਖੂਤਰੇ ਦੀ ਬਿਮਾਰੀ ਬੜੀ ਆਮ ਸੀ। ਇਹ ਬਿਮਾਰੀ ਹਮੇਸ਼ਾ ਗਰਮੀਆਂ ਦੇ ਦਿਨਾਂ ਵਿੱਚ ਪਾਣੀ ਦੀ ਘਾਟ ਕਾਰਨ ਹੁੰਦੀ ਹੈ। ਬੰਦੇ ਨੂੰ ਥੋੜਾ ਥੋੜਾ ਪਿਸ਼ਾਬ ਆਉਂਦਾ ਹੈ ਤੇ ਪਿਸ਼ਾਬ ਕਰਨ ਤੋਂ ਬਾਅਦ ਵੀ ਬੜੀ ਤਿੱਖੀ ਜਿਹੀ ਜਲਨ ਹੁੰਦੀ ਰਹਿੰਦੀ ਹੈ। ਉਸ ਜਲਨ ਦੇ ਨਾਲ ਹੀ ਦੁਬਾਰਾ ਪਿਸ਼ਾਬ ਕਰਨ ਦੀ ਹਾਜਤ ਹੁੰਦੀ ਹੈ, ਪਰ ਪਿਸ਼ਾਬ ਆਉਂਦਾ ਨਹੀਂ। ਪੰਜਾਬ ਵਿੱਚ ਤੱਤੇ ਖਰਬੂਜੇ ਆਦਿ ਖਾਣ ਤੇ ਘੱਟ ਪਾਣੀ ਪੀਣ ਨਾਲ ਇਹ ਬਿਮਾਰੀ ਹੋ ਜਾਂਦੀ ਹੈ। ਪੰਜਾਬੀ ਵਿੱਚ ਕਹਾਵਤ ਮਸ਼ਹੂਰ ਹੈ, ਤੱਤਾ ਖਾਵੇ ਤੇ ਮਰੇ ਡਖੂਤਰੇ। 1400 ਸਾਲ ਤੋਂ ਜਦੋਂ ਦੇ ਹਜ਼ਰਤ ਮੁਹੰਮਦ ਸਾਹਿਬ ਹੋਏ ਹਨ ਤੇ ਮੁਸਲਮਾਨ ਧਰਮ ਹੋਂਦ ਵਿੱਚ ਆਇਆ ਹੈ, ਅਰਬਾਂ ਦਾ ਇਹੋ ਹੀ ਹਾਲ ਰਿਹਾ ਹੈ। ਬਿਨਾਂ ਸ਼ਰਾਬ ਪੀਣ ਤੋਂ ਹੀ ਅਰਬੀ ਲੋਕ ਇਸ ਬਿਮਾਰੀ ਨਾਲ ਪੀੜਤ ਸਨ। ਜੇ ਹਜ਼ਰਤ ਮੁਹੰਮਦ ਸਾਹਿਬ ਸ਼ਰਾਬ ਦੀ ਵੀ ਖੁੱਲ੍ਹ ਕਰ ਦਿੰਦੇ ਤਾਂ ਸ਼ਾਇਦ ਕੋਈ ਵੀ ਅਰਬੀ ਇਸ ਬਿਮਾਰੀ ਤੋਂ ਬਚਿਆ ਨਹੀਂ ਰਹਿ ਸਕਦਾ ਸੀ। ਸ਼ਾਇਦ ਅਰਬੀਆਂ ਦੀ ਨਸਲਕੁਸ਼ੀ ਵੀ ਹੋ ਜਾਂਦੀ, ਕਿਉਂਕਿ ਜੇ ਕਿਸੇ ਬੀਬੀ ਨੂੰ ਬੱਚਾ ਨਾ ਹੁੰਦਾ ਹੋਵੇ ਤਾਂ ਡਾਕਟਰ ਪੁੱਛਦੇ ਹਨ, ਪਿਸ਼ਾਬ ਚੀਰ ਕੇ ਤੇ ਨਹੀਂ ਆਉਂਦਾ। ਉਸ ਦੇ ਪਤੀ ਨੂੰ ਵੀ ਇਹੀ ਸਵਾਲ ਪੁੱਛਿਆ ਜਾਂਦਾ ਹੈ, ਕਿਉਂਕਿ ਹਿਕਮਤ ਅਨੁਸਾਰ ਵੀ ਜੇ ਪਿਸ਼ਾਬ ਚੀਰ ਕੇ ਆਉਂਦਾ ਹੋਵੇ ਤਾਂ ਸਪਰਮ ਜੀਂਦੇ ਨਹੀਂ ਬਚਦੇ ਤੇ ਇਸ ਕਾਰਨ ਬੱਚਾ ਪੈਦਾ ਨਹੀਂ ਹੋ ਸਕਦਾ। ਪਰ ਦੂਜੇ ਪਾਸੇ ਠੰਡੇ ਦੇਸ਼ਾਂ ਵਿੱਚ ਜਿੱਥੇ ਬਰਫ਼ ਪੈਂਦੀ ਹੈ ਤੇ ਅੱਤ ਦੀ ਸਰਦੀ ਹੁੰਦੀ ਹੈ, ਜੇ ਕੋਈ ਵਿਅਕਤੀ ਠੰਡ ਦੀ ਚਪੇਟ ਵਿੱਚ ਆ ਜਾਵੇ ਤਾਂ ਉਹ ਮਰ ਵੀ ਸਕਦਾ ਹੈ। ਉਸ ਨੂੰ ਹਾਈਪੋਥੀਮੀਆ, ਠੰਡ ਨਾਲ ਖੂਨ ਜੰਮਣਾ ਨਾਂ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ਨਾਲ ਸਰੀਰ ਦੀਆਂ ਨਾੜੀਆਂ ਵਿੱਚ ਚੱਲ ਰਹੇ ਲਹੂ ਦੇ ਗਤੱਲੇ ਜਿਹੇ ਬਣ ਜਾਂਦੇ ਹਨ ਤੇ ਜਦੋਂ ਕੋਈ ਖੂਨ ਦਾ ਗਤੱਲਾ ਦਿਲ ਤੋਂ ਅੱਗੇ ਨਹੀਂ ਜਾਂਦਾ ਤਾਂ ਦਿਲ ਬੰਦ ਵੀ ਹੋ ਸਕਦਾ ਹੈ, ਕਿਉਂਕਿ ਦਿਲ ਵੀ ਇੱਕ ਐਸਾ ਪੰਪ ਹੈ ਜੋ 24 ਘੰਟਿਆਂ ਵਿੱਚ ਇੱਕ ਪੂਰੇ ਰੇਲ ਦੇ ਡੱਬੇ ਜਿੰਨਾ ਖੂਨ ਪੰਪ ਕਰਦਾ ਹੈ। ਦਿਲ ਇੱਕ ਦਿਨ ਵਿੱਚ 18,000 ਲੀਟਰ ਖੂਨ ਪੰਪ ਕਰਦਾ ਹੈ ਤੇ ਇੱਕ ਘੰਟੇ ਵਿੱਚ 750 ਲੀਟਰ, ਤੇ ਜਦੋਂ ਬੰਦਾ ਸੁੱਤਾ ਵੀ ਹੋਵੇ ਉਦੋਂ ਵੀ ਆਪਣੀ ਸਪੀਡ ਘੱਟ ਨਹੀਂ ਕਰਦਾ। ਹੁਣ ਕਿਤੇ ਤਾਂ ਸ਼ਰਾਬ ਪੀਣ ਕਰਕੇ ਡਖੂਤਰੇ ਵਰਗੀ ਖਤਰਨਾਕ ਬਿਮਾਰੀ ਹੋ ਜਾਂਦੀ ਹੈ ਤੇ ਕਿਤੇ ਨਾ ਪੀਣ ਕਰਕੇ ਹਾਈਪੋਥੀਮੀਆ ਹੋ ਜਾਂਦਾ ਹੈ। ਦੋਹਾਂ ਵਿੱਚੋਂ ਠੀਕ ਕਿਹੜੀ ਗੱਲ ਹੋਈ? ਪਰ ਹੁਣ ਜਦੋਂ ਕਿ ਅਰਬ ਦੇਸ਼ਾਂ ਵਿੱਚ ਹਰ ਝੁੱਗੀਨੁਮਾ ਕੋਠੜੀ ਵਿੱਚ ਵੀ ਏਸੀ ਲੱਗ ਚੁੱਕੇ ਹਨ ਤੇ ਪਾਣੀ ਦੀ ਵੀ ਕੋਈ ਕਮੀ ਨਹੀਂ, ਤਾਂ ਉਹੀ ਅਰਬੀ ਲੋਕ ਜਿਨ੍ਹਾਂ ਦੇ ਧਰਮ ਵਿੱਚ ਸ਼ਰਾਬ ਹਰਾਮ ਹੈ, ਅੱਜ ਕੱਲ੍ਹ ਖੁੱਲ੍ਹੇਆਮ ਰੱਜ ਕੇ ਸ਼ਰਾਬ ਪੀਂਦੇ ਹਨ, ਕਿਉਂਕਿ ਹੁਣ ਉਹਨਾਂ ਨੂੰ ਡਖੂਤਰੇ ਵਰਗੀ ਕੋਈ ਬਿਮਾਰੀ ਨਹੀਂ ਲੱਗ ਸਕਦੀ। ਲੁਕਮਾਨ ਜੋ ਇੱਕ ਪਹੁੰਚਿਆ ਹੋਇਆ ਹਕੀਮ ਹੈ ਨੇ ਸ਼ਰਾਬ ਪੀਣ ਦੇ 101 ਫਾਇਦੇ ਲਿਖੇ ਹਨ, ਪਰ ਨਾਲ ਹੀ ਉਸਨੇ ਇੱਕ ਨੋਟ ਲਿਖ ਦਿੱਤਾ ਕਿ ਇਹ ਬੜੀ ਭ੍ਰਿਸ਼ਟ ਵਸਤੂ ਹੈ ਤੇ ਇਸ ਨੂੰ ਹੱਥ ਲਾਉਣਾ ਵੀ ਗੁਨਾਹ ਹੈ। ਇਸ ਦਾ ਮਤਲਬ ਵੀ ਇਹੀ ਬਣਦਾ ਹੈ ਕਿ ਕੋਈ ਚੀਜ਼ ਠੀਕ ਨਹੀਂ, ਕੋਈ ਗਲਤ ਨਹੀਂ।
ਜਿਹੜੀ ਸ਼ਰਾਬ ਨੂੰ ਪੀਣ ਨਾਲ 101 ਫਾਇਦਾ ਹੁੰਦਾ ਹੈ, ਉਸੇ ਨੂੰ ਹੀ ਪੀ ਕੇ ਜੇ ਕੋਈ ਵਿਅਕਤੀ ਕਿਸੇ ਦੀ ਧੀ ਭੈਣ ਨੂੰ ਛੇੜੇ ਤਾਂ ਉਸ ਨੂੰ ਚੰਗਾ ਭਲਾ ਇੱਜ਼ਤਦਾਰ ਸ਼ਹਿਰੀ ਹੋਣ ਤੇ ਵੀ ਜੁੱਤੀਆਂ ਪੈ ਸਕਦੀਆਂ ਹਨ। ਸਿੱਖ ਸਾਧ ਸੰਤ ਤੇ ਹੋਰ ਲੋਕ ਸ਼ਰਾਬ ਦੀ ਗੱਲ ਇਸ ਤਰ੍ਹਾਂ ਕਰਦੇ ਹਨ ਜਿਵੇਂ ਇਹ ਕੋਈ ਕੀਟਨਾਸ਼ਕ ਦਵਾ ਹੋਵੇ ਤੇ ਇਹ ਪੀਣ ਨਾਲ ਸਿੱਖ ਮਾਰੀ ਜਾਣਗੇ। ਪਰ ਪੰਜਾਬ ਵਿੱਚ ਸਭ ਤੋਂ ਵੱਧ ਸ਼ਰਾਬ ਸਿੱਖ ਹੀ ਪੀਂਦੇ ਹਨ। ਸਾਰੇ ਭਾਰਤ ਦੇ ਸੂਬਿਆਂ ਨਾਲੋਂ ਪੰਜਾਬ ਵਿੱਚ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ। ਇੱਥੇ ਤਾਂ ਸਿੱਖ ਸ਼ਰਾਬ ਦੇ ਠੇਕੇ ਵੱਲ ਜਾਣ ਲੱਗਿਆਂ ਉਰਿਓਂ ਹੀ ਜੇਬ ਵਿੱਚੋਂ ਪੈਸੇ ਕੱਢਦੇ ਠੇਕੇ ਵੱਲ ਜਾਂਦੇ ਹਨ ਤਾਂ ਕਿ ਸ਼ਰਾਬ ਖਰੀਦਣ ਵਿੱਚ ਪੂਰਾ ਦੇਰ ਨਾ ਲੱਗ ਜਾਵੇ। ਭਾਈ ਦੇਸਾ ਸਿੰਘ ਤੇ ਭਾਈ ਚੌਪਾ ਸਿੰਘ ਦੇ ਰਹਿਤਨਾਮਿਆਂ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਰਣ ਮੇਂ ਚਲੋ ਤਾਂ ਮਦਰਾ ਪੀਵੋ, ਅਵਰ ਦਿਵਸ ਕਹੀਂ ਨਾਮ ਨਾ ਲੇਵੋ। ਕਾਰਨ ਬੜਾ ਸਿੱਧਾ ਹੈ। ਲੜਾਈ ਦੇ 2.5 ਫੱਟ ਹੁੰਦੇ ਹਨ ਤੇ ਸ਼ਰਾਬ ਪੀ ਕੇ ਬੰਦੇ ਨੂੰ ਕੁਝ ਚਿਰ ਲਈ ਮੌਤ ਦਾ ਡਰ ਭੁੱਲ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ। ਇਸ ਲਈ ਉਹ ਦਲੇਰ ਹੋ ਕੇ ਲੜਦਾ ਹੈ ਤੇ ਜਿੱਤ ਵੀ ਸਕਦਾ ਹੈ। ਪਰ ਜੇ ਉਹੀ ਬੰਦਾ ਹਰ ਰੋਜ਼ ਸ਼ਰਾਬ ਪੀਣ ਦਾ ਆਦੀ ਹੋ ਜਾਵੇ ਤਾਂ ਫਿਰ ਸ਼ਰਾਬ ਉਸ ਬਹਾਦਰ ਵਿਅਕਤੀ ਤੇ ਸਵਾਰ ਹੋ ਜਾਂਦੀ ਹੈ ਤੇ ਉਹ ਬੰਦਾ ਵੀ ਅੱਤ ਦਾ ਡਰਪੋਕ ਹੋ ਜਾਂਦਾ ਹੈ ਤੇ ਗਰੀਬਾਂ ਤੇ ਨਿਤਾਣਿਆਂ ਤੇ ਵੀ ਜ਼ੁਲਮ ਕਰਨ ਲੱਗ ਪੈਂਦਾ ਹੈ। ਹਰ ਦੇਸ਼ ਇੱਥੋਂ ਤੱਕ ਕਿ ਪਾਕਿਸਤਾਨ ਵਰਗਾ ਕੱਟੜ ਇਸਲਾਮਿਕ ਦੇਸ਼ ਵੀ ਲੜਾਈ ਦੇ ਦਿਨਾਂ ਵਿੱਚ ਆਪਣੀ ਫੌਜ ਵਿੱਚ ਸ਼ਰਾਬ ਤਕਸੀਮ ਕਰਦਾ ਹੈ। ਬਰਫ਼ ਵਿੱਚ ਰਹਿਣ ਵਾਲੇ ਫੌਜੀਆਂ ਨੂੰ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ, ਉਹਨਾਂ ਦੇ ਧਰਮ ਵਿੱਚ ਸ਼ਰਾਬ ਦੀ ਮਨਾਹੀ ਹੋਵੇ, ਫਿਰ ਵੀ ਸ਼ਰਾਬ ਉਹਨਾਂ ਦੀ ਖੁਰਾਕ ਵਿੱਚ ਸ਼ਾਮਲ ਕਰ ਦਿੱਤੀ ਜਾਂਦੀ ਹੈ, ਕਿਉਂਕਿ ਜੇ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਉਹ ਮੂੰਹ ਦੇ ਮੂੰਹ ਬਰਫ਼ ਵਿੱਚ ਡਿੱਗੇ ਪਏ ਹੋਣਗੇ ਤੇ ਨਮੂਨੀਏ ਜਾਂ ਹੋਰ ਕਿਸੇ ਬਿਮਾਰੀ ਨਾਲ ਮਰੇ ਪਏ ਹੋਣਗੇ। ਇੱਥੋਂ ਤੱਕ ਕਿ ਪਹਾੜਾਂ ਤੇ ਚੜ੍ਹਨ ਵਾਲੀਆਂ ਖੱਚਰਾਂ ਤੇ ਘੋੜਿਆਂ ਨੂੰ ਵੀ ਆਰਾਮ ਦਿੱਤੀ ਜਾਂਦੀ ਹੈ। ਬੰਦਿਆਂ ਵਾਲੀ ਰੰਮ ਤੇ ਖੱਚਰਾਂ ਵਾਲੀ ਰੰਮ ਵਿੱਚ ਵੀ ਕੋਈ ਜ਼ਿਆਦਾ ਅੰਤਰ ਨਹੀਂ ਹੁੰਦਾ। ਜਿੱਥੇ ਬਾਕੀ ਦੇ ਸਾਰੇ ਪੈਗੰਬਰਾਂ ਤੇ ਗੁਰੂਆਂ ਨੇ ਸ਼ਰਾਬ ਦੇ ਨਸ਼ੇ ਨੂੰ ਚੰਗਾ ਨਹੀਂ ਸਮਝਿਆ, ਉੱਥੇ ਯਿਸੂ ਮਸੀਹ ਸ਼ਰੇਆਮ ਸ਼ਰਾਬ ਪੀਂਦੇ ਸਨ ਤੇ ਅੱਜ ਵੀ ਦੁਨੀਆ ਵਿੱਚ ਸਭ ਤੋਂ ਵੱਧ ਪੈਰੋਕਾਰ ਯਿਸੂ ਮਸੀਹ ਦੇ ਈਸਾਈ ਹੀ ਹਨ। ਪਹਿਲੇ ਨੰਬਰ ਤੇ ਦੁਨੀਆ ਵਿੱਚ ਵੱਧ ਗਿਣਤੀ ਈਸਾਈਆਂ ਦੀ, ਫਿਰ ਮੁਸਲਮਾਨਾਂ ਦੀ, ਫਿਰ ਰੱਬ ਨੂੰ ਨਾ ਮੰਨਣ ਵਾਲਿਆਂ ਦੀ ਤੇ ਫਿਰ ਕਿਤੇ ਜਾ ਕੇ ਹਿੰਦੂ ਧਰਮ ਦੀ ਵਾਰੀ ਆਉਂਦੀ ਹੈ। ਸਿੱਖ ਤਾਂ ਹੋ ਸਕਦਾ ਹੈ ਦੁਨੀਆ ਦਾ ਸਭ ਤੋਂ ਛੋਟਾ ਧਰਮ ਹੋਵੇ, ਕਿਉਂਕਿ ਇਸ ਦੀ ਗਿਣਤੀ ਸ਼ਾਇਦ ਦੁਨੀਆ ਦੀ ਕੁੱਲ ਆਬਾਦੀ ਦਾ 0.0 ਕੁਝ ਫੀਸਦੀ ਹੋਵੇ। ਯੂਰਪੀਅਨ ਦੇਸ਼ਾਂ ਵਿੱਚ ਖੁਸ਼ੀ ਦੀਆਂ ਪਾਰਟੀਆਂ ਤੇ ਇੱਥੋਂ ਤੱਕ ਕਿ ਕਿਸੇ ਦੇ ਮਰ ਜਾਣ ਤੇ ਵੀ ਕਈ ਅੰਤਮ ਰਸਮਾਂ ਸ਼ਰਾਬ ਨਾਲ ਜਾਂ ਸ਼ਰਾਬ ਪੀ ਕੇ ਕੀਤੀਆਂ ਜਾਂਦੀਆਂ ਹਨ। ਸੈਕਰਾਮੈਂਟਲ ਵਾਈਨ ਜੋ ਗਿਰਜਾ ਘਰਾਂ ਵਿੱਚ ਹੁਣ ਵੀ ਪੀਤੀ ਜਾਂਦੀ ਹੈ, ਇਹ ਹਿੰਦੂਆਂ ਦੇ ਸੋਮਰਸ ਵਰਗੀ ਹੁੰਦੀ ਹੈ। ਅੰਗੂਰਾਂ ਦੀ ਸ਼ਰਾਬ ਬਣਾਉਣ ਦਾ ਉਹੀ ਤਰੀਕਾ ਹੈ ਜੋ ਦੂਸਰੀ ਆਮ ਵਾਈਨ ਦਾ, ਜਿਨ੍ਹਾਂ ਨੂੰ ਟੇਬਲ ਵਾਈਨ ਕਿਹਾ ਜਾਂਦਾ ਹੈ, ਪਰ ਇਸ ਵਿੱਚ ਹੋਰ ਕੋਈ ਵੀ ਚੀਜ਼ ਨਹੀਂ ਮਿਲਾਈ ਜਾਂਦੀ। ਭਾਰਤ ਵਿੱਚੋਂ ਇਹ ਸ਼ਰਾਬ ਸਿੱਧੀ ਜਾਂ ਤਾਂ ਗੋਆ ਤੋਂ ਸਪਲਾਈ ਹੁੰਦੀ ਹੈ ਜਾਂ ਕੇਰਲਾ ਤੋਂ। ਮੁਸਲਮਾਨਾਂ ਦੇ ਸੂਫੀ ਫਕੀਰ ਤੇ ਹੋਰ ਕਈ ਤਬਕੇ ਤੰਬਾਕੂ, ਚਰਸ, ਸੁੱਖਾ ਆਦਿ ਨਸ਼ਿਆਂ ਦਾ ਖੁੱਲ੍ਹ ਕੇ ਪ੍ਰਯੋਗ ਕਰਦੇ ਹਨ। ਸਿੱਖਾਂ ਦੇ ਨਿਹੰਗ ਸਿੰਘ ਸੁੱਖਾ ਘੋਟ ਕੇ ਪੀਂਦੇ ਹਨ ਤੇ ਇਸ ਨੂੰ ਸੁੱਖ ਨਿਧਾਨ ਕਹਿ ਕੇ ਵਡਿਆਉਂਦੇ ਹਨ। ਪਰ ਅਮਰੀਕਾ ਵਿੱਚ ਜੇ ਫੁੱਟ ਕੁ ਉੱਚਾ ਭੰਗ ਬੂਟਾ ਕਿਸੇ ਦੇ ਘਰ ਉੱਗਿਆ ਹੋਵੇ ਮਿਲ ਜਾਵੇ ਤਾਂ ਉਸ ਘਰ ਵਾਲੇ ਨੂੰ 7 ਸਾਲ ਦੀ ਕੈਦ ਕਰਵਾਉਣ ਲਈ ਉਹ ਇੱਕ ਬੂਟਾ ਹੀ ਕਾਫੀ ਹੈ। ਪਰ ਇੱਥੇ ਸੜਕਾਂ ਦੇ ਕਿਨਾਰੇ ਤੇ ਖੇਤਾਂ ਦੇ ਬੰਨਿਆਂ ਤੇ ਭੰਗ ਹੀ ਭੰਗ ਉੱਗੀ ਹੋਈ ਹੈ। ਦੁਨੀਆ ਵਿੱਚ ਸਿਰਫ ਇਸਲਾਮ ਧਰਮ ਵਿੱਚ ਹੀ ਸੂਰ ਦਾ ਮਾਸ ਖਾਣਾ ਸਖਤੀ ਨਾਲ ਮਨਾ ਹੈ। ਇੰਨੀ ਸਖਤੀ ਨਾਲ ਮਨਾ ਹੈ ਕਿ ਮੁਸਲਮਾਨ ਇਹ ਵਿਸ਼ਵਾਸ ਰੱਖਦੇ ਹਨ ਕਿ ਜੇ ਕੋਈ ਮੁਸਲਮਾਨ ਸੂਰ ਸ਼ਬਦ ਦਾ ਉਚਾਰਨ ਵੀ ਕਰ ਦੇਵੇ ਤਾਂ 8 ਪੈਰ ਉਸ ਦੀ ਜ਼ਬਾਨ ਨਾਪਾਕ ਰਹਿੰਦੀ ਹੈ। ਇਸੇ ਲਈ ਹੀ ਪਾਕਿਸਤਾਨ ਵਾਲੇ ਪੰਜਾਬ ਵਿੱਚ ਸੂਰ ਨੂੰ ਸੂਰ ਨਹੀਂ ਕਹਿੰਦੇ, ਬਾਹਰਲੇ ਸ਼ਬਦ ਨਾਲ ਸੰਬੋਧਨ ਕਰਦੇ ਹਨ, ਜਿਸ ਦਾ ਸਿੱਧਾ ਹੀ ਮਤਲਬ ਹੁੰਦਾ ਹੈ ਕਿ ਸੂਰ ਦੀ ਗੱਲ ਕੀਤੀ ਜਾ ਰਹੀ ਹੈ। ਪਾਕਿਸਤਾਨ ਵਿੱਚ ਜੇ ਕੋਈ ਸੂਰ ਦੀ ਪੂਛ ਜ਼ਿਲ੍ਹੇ ਦੇ ਡੀਸੀ ਦੀ ਮੇਜ਼ ਉੱਤੇ ਰੱਖ ਦੇਵੇ ਤਾਂ ਉਸ ਨੂੰ ਉਸੇ ਵੇਲੇ ਹੀ 500 ਪਾਕਿਸਤਾਨੀ ਰੁਪਏ ਇਨਾਮ ਵਜੋਂ ਮਿਲਦੇ ਹਨ। ਕਹਿੰਦੇ ਹਨ ਕਿ ਇੱਕ ਵਾਰ ਉਰਦੂ ਦੇ ਮਸ਼ਹੂਰ ਕਵੀ ਤੇ ਮੁਸਲਮਾਨ ਮਿਰਜ਼ਾ ਗਾਲਿਬ ਨੂੰ ਦਿੱਲੀ ਵਿੱਚ ਅੰਗਰੇਜ਼ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਅੰਗਰੇਜ਼ ਮੈਜਿਸਟ੍ਰੇਟ ਨੇ ਮਿਰਜ਼ਾ ਗਾਲਿਬ ਨੂੰ ਪੁੱਛਿਆ, ਮੁਸਲਮਾਨ ਹੈ?
ਜੀ ਅੱਧਾ, ਮਿਰਜ਼ਾ ਗਾਲਿਬ ਨੇ ਜਵਾਬ ਦਿੱਤਾ। ਮੈਜਿਸਟ੍ਰੇਟ ਨੇ ਪੁੱਛਿਆ, ਇਹ ਕੀ ਗੱਲ ਹੋਈ, ਕਦੀ ਕੋਈ ਕਿਸੇ ਧਰਮ ਵਿੱਚ ਅੱਧਾ ਵੀ ਹੁੰਦਾ ਹੈ? ਤਾਂ ਮਿਰਜ਼ਾ ਗਾਲਿਬ ਨੇ ਝੱਟ ਕਿਹਾ, ਹਜੂਰ, ਸ਼ਰਾਬ ਪੀ ਲੈਂਦਾ ਹਾਂ, ਸੂਰ ਨਹੀਂ ਖਾਂਦਾ, ਇਸ ਲਈ ਅੱਧਾ ਮੁਸਲਮਾਨ ਹਾਂ। ਇਹੋ ਹੀ ਮਿਰਜ਼ਾ ਗਾਲਿਬ ਅੰਗਰੇਜ਼ ਗਵਰਨਰ ਜਨਰਲ ਦੀ ਕੁੜੀ ਨੂੰ ਉਰਦੂ ਪੜ੍ਹਾਉਣ ਲਈ ਟਿਊਟਰ ਰੱਖਿਆ ਗਿਆ ਸੀ। ਜਦੋਂ ਮਹੀਨੇ ਬਾਅਦ ਤਨਖਾਹ ਮਿਲੀ ਤਾਂ ਮਿਰਜ਼ਾ ਗਾਲਿਬ ਸਾਰੀ ਤਨਖਾਹ ਦੀ ਹੀ ਸ਼ਰਾਬ ਖਰੀਦ ਲਿਆਇਆ। ਜਦੋਂ ਕਈ ਘੜੇ ਸ਼ਰਾਬ ਵਿਹੜੇ ਵਿੱਚ ਆ ਪਹੁੰਚੀ ਤਾਂ ਗਾਲਿਬ ਸਾਹਿਬ ਦੀ ਪਤਨੀ ਨੇ ਪੁੱਛਿਆ, ਹੁਣ ਸਾਰਾ ਮਹੀਨਾ ਰੋਟੀ ਕਿੱਥੋਂ ਖਾਣੀ ਹੈ? ਤਾਂ ਮਿਰਜ਼ਾ ਗਾਲਿਬ ਨੇ ਕਿਹਾ, ਬੇਗਮ, ਰੋਟੀ ਤਾਂ ਰੱਬ ਨੇ ਹਰ ਬੰਦੇ ਨੂੰ, ਉਹ ਭਾਵੇਂ ਕਿੱਡਾ ਵੀ ਗੁਨਾਹਗਾਰ ਕਿਉਂ ਨਾ ਹੋਵੇ, ਦੇਣੀ ਹੀ ਦੇਣੀ ਹੈ। ਇਹ ਅੱਲਾਹ ਤਾਲਾ ਦਾ ਵਾਅਦਾ ਹੈ, ਪਰ ਸ਼ਰਾਬ ਉਹਨੇ ਨਹੀਂ ਸੀ ਦੇਣੀ, ਇਸ ਲਈ ਮੈਂ ਇਹ ਆਪਣੀ ਖਰੀਦ ਲਿਆਇਆ ਹਾਂ। ਹਜ਼ਰਤ ਮੁਹੰਮਦ ਸਾਹਿਬ ਦੇ ਸੂਰ ਦਾ ਮਾਸ ਖਾਣਾ ਮਨ੍ਹਾ ਕਰਨ ਦਾ ਕਾਰਨ ਇਹ ਸੀ ਕਿ ਮੈਦਾਨੇ ਜੰਗ ਵਿੱਚ ਫੌਜ ਦੇ ਲੰਗਰ ਵਿੱਚ ਬਣਿਆ ਹੋਇਆ ਸੂਰ ਦਾ ਮਾਸ ਜ਼ਹਿਰੀਲਾ ਸੀ, ਜਿਸ ਨੂੰ ਖਾ ਕੇ ਸਾਰੀ ਫੌਜ ਹੀ ਮਾਰੀ ਗਈ ਸੀ। ਸੂਰ ਦੇ ਮਾਸ ਵਿੱਚ ਇੰਨੀਆਂ ਬਿਮਾਰੀਆਂ ਹੁੰਦੀਆਂ ਹਨ ਕਿ ਗਿਣੀਆਂ ਨਹੀਂ ਜਾ ਸਕਦੀਆਂ। ਮਿਰਗੀ ਦੀ ਬਿਮਾਰੀ ਸੂਰ ਦਾ ਮਾਸ ਖਾਣ ਨਾਲ ਵੀ ਹੁੰਦੀ ਹੈ। ਸੂਰ ਦਾ ਮਾਸ ਜ਼ਹਿਰੀਲਾ ਵੀ ਬਹੁਤ ਜਲਦੀ ਹੁੰਦਾ ਹੈ ਤੇ ਸੂਰ ਦੇ ਮਾਸ ਵਿੱਚ ਚਰਬੀ ਬਹੁਤ ਹੋਣ ਕਰਕੇ ਕੀੜੇ ਵੀ ਬਹੁਤ ਜਲਦੀ ਪੈਂਦੇ ਹਨ। ਸੂਰ ਦੇ ਮਾਸ ਦੇ ਅੰਦਰ ਕਈ ਜਰਾਸੀਮ ਐਸੇ ਹੁੰਦੇ ਹਨ ਜੋ ਮਾਸ ਨੂੰ 100 ਡਿਗਰੀ ਤੇ ਉਬਾਲਣ ਨਾਲ ਵੀ ਨਹੀਂ ਮਰਦੇ। ਖਾਸ ਤੌਰ ਤੇ ਜੋੜਾਂ ਦੇ ਅੰਦਰ ਰਹਿਣ ਵਾਲੇ ਜਰਾਸੀਮ ਤਾਂ ਬਹੁਤ ਚੰਗੀ ਤਰ੍ਹਾਂ ਮਾਸ ਪਕਾਉਣ ਨਾਲ ਮਰਦੇ ਹਨ। ਪੰਜਾਬ ਵਿੱਚ ਪਿਗਰੀ ਫਾਰਮਾਂ ਨੂੰ ਧੰਦੇ ਦੇ ਰੂਪ ਵਿੱਚ ਵਿਕਸਿਤ ਕਰਨ ਤੇ ਸਰਕਾਰ ਨੇ ਬਹੁਤ ਜ਼ੋਰ ਲਾਇਆ, ਪਰ ਬੁਰੀ ਤਰ੍ਹਾਂ ਨਾਕਾਮ ਰਹੀ। ਅਸਲ ਵਿੱਚ ਭਾਰਤ ਦੇ ਲੋਕ ਸੂਰ ਦਾ ਮਾਸ ਖਾ ਕੇ ਖੁਸ਼ ਹੀ ਨਹੀਂ। ਇਹ ਸਸਤਾ ਵੀ ਬਹੁਤ ਹੁੰਦਾ ਹੈ। ਹੈਮ, ਬੇਕਨ, ਸਾਈਜ਼ਸ ਤੇ ਸੂਰ ਦੇ ਮਾਸ ਦਾ ਹੋਰ ਵੀ ਕਈ ਕੁਝ ਬਣਦਾ ਹੈ। ਯੂਰਪ ਤੇ ਦੱਖਣੀ ਅਫਰੀਕਾ ਦੇ ਬਹੁਤੇ ਦੇਸ਼ਾਂ ਵਿੱਚ ਸੂਰ ਸਵੇਰ ਦੇ ਨਾਸ਼ਤੇ, ਦੁਪਹਿਰ ਦੇ ਭੋਜਨ ਤੇ ਰਾਤ ਦੇ ਖਾਣੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੀ ਖਾਣੇ ਵਾਲੇ ਮੇਜ਼ ਤੇ ਆਉਂਦਾ ਹੈ। ਦੱਖਣੀ ਅਫਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਸੂਰ ਦੀ ਤੁਲਨਾ ਨਗੀਨੇ ਨਾਲ ਕੀਤੀ ਗਈ ਹੈ। ਅਫਰੀਕਾ ਦੇ ਕਈ ਦੇਸ਼ਾਂ ਦੇ ਕਬੀਲਿਆਂ ਵਿੱਚ ਤਾਂ ਸੂਰ ਕਰੰਸੀ ਦੇ ਤੌਰ ਤੇ ਵਰਤਿਆ ਜਾਂਦਾ ਹੈ, ਬਲਕਿ ਇੱਥੋਂ ਤੱਕ ਕਿ ਵਿਆਹ ਦੀ ਗੱਲਬਾਤ ਵਿੱਚ ਲਾੜੇ ਨੂੰ ਕੁੜੀ ਵਾਲਿਆਂ ਨੂੰ ਪਹਿਲਾਂ ਤੋਂ ਹੀ ਤੈਅਸ਼ੁਦਾ ਸਮਝੌਤੇ ਅਨੁਸਾਰ ਸੂਰ ਦੇਣੇ ਪੈਂਦੇ ਹਨ। ਪੱਛਮੀ ਦੇਸ਼ਾਂ ਵਿੱਚ ਤਾਂ ਸੂਰ ਪਾਲਣ ਦੇ ਢੰਗ ਵੀ ਬਹੁਤ ਵਿਗਿਆਨਕ ਹੋ ਗਏ ਹਨ। ਹੁਣ ਸੂਰ ਇੱਥੋਂ ਵਾਂਗ ਬਾਹਰ ਚਿੱਕੜ ਵਿੱਚ ਗੰਦਮੰਦ ਨਹੀਂ ਖਾਂਦੇ ਫਿਰਦੇ। ਇਹਨਾਂ ਨੂੰ ਬਕਾਇਦਾ ਸ਼ੈੱਡਾਂ ਵਿੱਚ ਰੱਖਿਆ ਜਾਂਦਾ ਹੈ, 2 ਵਾਰ ਨਹਾਇਆ ਜਾਂਦਾ ਹੈ ਤੇ ਮੁਰਗੀਆਂ ਵਾਂਗ ਸੰਤੁਲਿਤ ਖੁਰਾਕ ਪਾਈ ਜਾਂਦੀ ਹੈ। ਇੱਥੇ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਕਿਤੇ ਨਾ ਕਿਤੇ ਸੂਰ ਦਾ ਨਾਮ ਲੈਣਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ ਤੇ ਕਿਸੇ ਨੂੰ ਇਸ ਨਗੀਨੇ ਹੀਰੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਠੀਕ ਕੀ ਹੈ ਤੇ ਗਲਤ ਕੀ ਹੈ, ਇਸ ਦਾ ਫੈਸਲਾ ਕੌਣ ਕਰੇਗਾ? ਪੱਛਮੀ ਦੇਸ਼ਾਂ ਵਿੱਚ ਮੂੰਹ ਚੁੰਮਣਾ, ਹੱਥ ਮਿਲਾਉਣਾ, ਜੱਫੀ ਪਾਉਣੀ, ਗੱਲ ਨਾਲ ਗੱਲ ਲਾਉਣੀ ਪਿਆਰ ਤੇ ਸ਼ਿਸ਼ਟਾਚਾਰ ਦਾ ਪ੍ਰਤੀਕ ਹੈ। ਪਰ ਕਈ ਦੇਸ਼ਾਂ ਵਿੱਚ, ਖਾਸ ਕਰ ਮੁਸਲਿਮ ਦੇਸ਼ਾਂ ਵਿੱਚ, ਔਰਤ ਮਰਦਾਂ ਦੇ ਬਰਾਬਰ ਮਸਜਿਦ ਵਿੱਚ ਜਾ ਕੇ ਨਮਾਜ਼ ਵੀ ਨਹੀਂ ਪੜ੍ਹ ਸਕਦੀ। ਪਾਕਿਸਤਾਨ ਵਿੱਚ ਮੈਂ ਵੇਖਿਆ ਹੈ ਕਿ ਜੇ ਕੋਈ ਪ੍ਰਾਹੁਣਾ ਘਰ ਆਵੇ ਤਾਂ ਘਰ ਵਿੱਚ ਕੋਈ ਮਰਦ ਮੈਂਬਰ ਨਾ ਹੋਵੇ ਤੇ ਜੇ ਦਰਵਾਜ਼ਾ ਔਰਤ ਨੂੰ ਖੋਲ੍ਹਣਾ ਪੈ ਜਾਵੇ ਤਾਂ ਉਹ ਸਿੱਧਾ ਦਰਵਾਜ਼ਾ ਖੋਲ੍ਹ ਕੇ ਉਸ ਬੰਦੇ ਨਾਲ ਗੱਲਾਂ ਨਹੀਂ ਕਰਨ ਲੱਗ ਪੈਂਦੀ। ਪਹਿਲਾਂ ਤਾਂ ਉਹ ਚੰਗੀ ਤਰ੍ਹਾਂ ਚਾਦਰ ਉੱਤੇ ਲੈਂਦੀ ਹੈ ਤੇ ਇੱਕ ਤਰ੍ਹਾਂ ਦਾ ਘੁੰਡ ਜਿਹਾ ਕੱਢ ਲੈਂਦੀ ਹੈ, ਫਿਰ ਅੰਦਰੋਂ ਦਰਵਾਜ਼ਾ ਖੋਲ੍ਹ ਕੇ ਤਖਤੇ ਦੇ ਪਿੱਛੇ ਖਲੋ ਜਾਂਦੀ ਹੈ। ਜੇ ਤਾਂ ਪ੍ਰਾਹੁਣਾ ਕੋਈ ਨਜ਼ਦੀਕੀ ਰਿਸ਼ਤੇਦਾਰ ਹੋਵੇ ਤਾਂ ਦੁਆ ਸਲਾਮ ਕਰਕੇ ਅੰਦਰ ਆਉਣ ਲਈ ਕਹਿ ਦਿੰਦੀ ਹੈ ਤੇ ਜੇ ਕੋਈ ਅਜਨਬੀ ਹੋਵੇ ਤੇ ਘਰ ਦੇ ਮਰਦ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਬੈਠਣ ਲਈ ਨਾ ਕਹਿਣਾ ਹੋਵੇ ਤਾਂ ਉਹ ਦੱਸ ਦਿੰਦੀ ਹੈ, ਭਾਈਆ ਜੀ, ਅਸਲਮ ਦੇ ਅੱਬੂ ਘਰ ਨਹੀਂ, ਸ਼ਾਮ ਤੱਕ ਘਰ ਮੁੜਨਗੇ। ਇਸੇ ਪਰਦਾ ਪੋਸ਼ੀ ਤੇ ਘੱਟ ਗੱਲਾਂ ਕਰਨ ਨੂੰ ਹੀ ਉੱਥੇ ਔਰਤ ਦੇ ਇੱਜ਼ਤਦਾਰ ਤੇ ਭਲੀ ਮਾਨਸ ਗ੍ਰਹਿਣੀ ਹੋਣ ਦਾ ਖਿਤਾਬ ਮਿਲਦਾ ਹੈ। ਪਰ ਪੱਛਮ ਆ ਦੇਸ਼ਾਂ ਵਿੱਚ ਇਸ ਬੇਰੁਖੀ ਜਿਹੀ ਨੂੰ ਬੇਹਯਾਈ ਤੇ ਗੰਵਾਰਪੁਣਾ ਸਮਝਿਆ ਜਾਂਦਾ ਹੈ। ਫਲਸਤੀਨ ਦਾ ਰਾਸ਼ਟਰਪਤੀ ਯਾਸਰ ਅਰਾਫਾਤ ਜਿੰਨੀ ਵਾਰੀ ਵੀ ਭਾਰਤ ਆਉਂਦਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜੱਫੀ ਪਾ ਕੇ ਮਿਲਦਾ ਸੀ। 3 ਵਾਰੀ ਕਦੇ ਉਸ ਮੋਢੇ ਲੱਗ ਕੇ
ਤੇ ਗੱਲ ਨਾਲ ਗੱਲ ਤੇ ਫਿਰ ਦੂਸਰੇ ਮੋਢੇ ਲੱਗ ਕੇ ਦੂਸਰੀ ਗੱਲ ਨਾਲ ਗੱਲ ਲਾ ਕੇ ਮਿਲਦਾ। ਇੱਥੋਂ ਦੇ ਕਈ ਕੱਟੜ ਖਿਆਲੀ ਹਿੰਦੂ ਇਸ ਦਾ ਬਹੁਤ ਬੁਰਾ ਮਨਾਉਂਦੇ ਸਨ, ਪਰ ਪੱਛਮੀ ਦੇਸ਼ਾਂ ਨੂੰ ਇਸ ਵਿੱਚ ਕੁਝ ਵੀ ਬੁਰਾ ਨਹੀਂ ਸੀ ਲੱਗਦਾ। ਇਹ ਤਾਂ ਉਹਨਾਂ ਦੇ ਮਿਲਣ ਦਾ ਇੱਕ ਤਰੀਕਾ ਹੈ। ਸਿੱਖ ਤੇ ਹਿੰਦੂ ਹੱਥ ਜੋੜ ਕੇ ਸਿਰ ਨਵਾ ਕੇ ਸਤਿ ਸ਼੍ਰੀ ਅਕਾਲ ਜਾਂ ਰਾਮ ਰਾਮ ਜਾਂ ਨਮਸਕਾਰ ਹੀ ਕਰਦੇ ਹਨ, ਪਰ ਮੁਸਲਮਾਨ ਅਸਲਾਮ ਅਲੈਕੁਮ ਕਹਿਣ ਤੋਂ ਪਹਿਲਾਂ ਧੌਣ ਨੂੰ ਇਸ ਤਰ੍ਹਾਂ ਅਕੜਾ ਲੈਂਦੇ ਹਨ ਜਿਵੇਂ ਧੌਣ ਵਿੱਚ ਕਿੱਲਾ ਗੱਡਿਆ ਹੋਇਆ ਹੋਵੇ। ਕਈਆਂ ਦੇਸ਼ਾਂ ਵਿੱਚ ਆਪਣੇ ਤੋਂ ਵੱਡੇ ਦਾ ਨਾਮ ਲੈਣਾ ਗੁਸਤਾਖੀ ਸਮਝਿਆ ਜਾਂਦਾ ਹੈ, ਪਰ ਪੱਛਮੀ ਦੇਸ਼ਾਂ ਵਿੱਚ 3-3 ਸਾਲ ਦੇ ਬੱਚੇ ਵੀ 90 ਸਾਲਾਂ ਦੇ ਬੁੱਢੇ ਨੂੰ ਨਾਮ ਨਾਲ ਬੁਲਾਉਂਦੇ ਹਨ। ਇੱਥੋਂ ਤੱਕ ਕਿ ਸਕੂਲ ਵਿੱਚ ਪਹਿਲੀ ਵਿੱਚ ਪੜ੍ਹਦਾ ਬੱਚਾ ਵੀ ਆਪਣੀ ਮਾਸਟਰਾਣੀ ਨੂੰ ਹੈਲੋ ਮਿਸਜ ਲਾਰਸਨ ਜਾਂ ਜੋ ਵੀ ਮਾਸਟਰਾਣੀ ਦਾ ਨਾਂ ਹੋਵੇ ਕਹਿ ਕੇ ਬੁਲਾਉਂਦਾ ਹੈ। ਉੱਥੇ ਇਸ ਗੱਲ ਦਾ ਬੁਰਾ ਮਨਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਏਸ਼ੀਆਈ ਦੇਸ਼ਾਂ ਤੇ ਖਾਸ ਕਰਕੇ ਭਾਰਤ ਪਾਕਿਸਤਾਨ ਵਿੱਚ ਤਾਂ ਜੇ ਕੋਈ ਨਿਆਣਾ ਕਿਸੇ ਮਾਮੇ ਚਾਚੇ ਦਾ ਵੀ ਨਾਂ ਲੈ ਦੇਵੇ ਤਾਂ ਜ਼ਮੀਨ ਪੁੱਠੀ ਹੋਣ ਨੂੰ ਕਰਦੀ ਹੈ। ਕਈ ਵਾਰ ਤਾਂ ਮਾਂ ਪਿਓ ਚਪੇੜਾਂ ਨਾਲ ਬੱਚੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਕਿ ਤੂੰ ਗੁਸਤਾਖੀ ਕਿਉਂ ਕੀਤੀ। ਕਈ ਸਮਾਜਾਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ ਤੇ ਕਈ ਥਾਈਂ ਔਰਤ ਹੀ ਪ੍ਰਧਾਨ ਹੁੰਦੀ ਹੈ ਤੇ ਪਤਨੀ ਦੇ ਨਾਮ ਨਾਲ ਪਤੀ ਦਾ ਨਾਮ ਜੁੜ ਕੇ ਉਸ ਦੀ ਪਛਾਣ ਬਣਦੀ ਹੈ। ਭਾਰਤ ਦੇ ਦੱਖਣੀ ਰਾਜਾਂ ਵਿੱਚ ਐਸਾ ਰਿਵਾਜ ਹੈ, ਜਿਵੇਂ ਕਮਲਾ ਨਾਂ ਦੀ ਔਰਤ ਪਤਨੀ ਹੋਵੇ ਤਾਂ ਪਤੀ ਦਾ ਨਾਂ ਬਣੇਗਾ ਕਮਲਾਪਤੀ, ਅੱਗੇ ਉਸ ਦਾ ਗੋਤ। ਜੇ ਤ੍ਰਿਪਾਠੀ ਹੋਵੇ ਤਾਂ ਪੂਰਾ ਨਾਮ ਬਣੇਗਾ ਕਮਲਾ ਦਾ ਪਤੀ ਤ੍ਰਿਪਾਠੀ, ਅਰਥਾਤ ਕਿਹੜਾ ਤ੍ਰਿਪਾਠੀ? ਜਵਾਬ ਹੈ ਉਹ ਤ੍ਰਿਪਾਠੀ ਜਿਹੜਾ ਕਮਲਾ ਦਾ ਪਤੀ ਹੈ। ਇਸ ਤਰ੍ਹਾਂ ਪੂਰਾ ਨਾਮ ਬਣ ਗਿਆ ਕਮਲਾਪਤੀ ਤ੍ਰਿਪਾਠੀ। ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਖਸ ਨਾਂ ਦੀ ਜਾਤੀ ਹੈ। ਖਸ ਦਾ ਮਤਲਬ ਖਸੀਆ ਤੇ ਖਸੀਆ ਤੋਂ ਭਾਵ ਹੈ ਨਮਰਦ ਜਿਹੇ ਵਿਅਕਤੀ। ਭਾਵੇਂ ਇਸ ਜਾਤੀ ਦੇ ਲੋਕ ਆਪਣੇ ਆਪ ਨੂੰ ਨਮਰਦ ਅਤੇ ਕਮਜ਼ੋਰ ਨਹੀਂ ਮੰਨਦੇ, ਪਰ ਆਲੇ ਦੁਆਲੇ ਦੇ ਸੂਬਿਆਂ ਦੇ ਲੋਕਾਂ ਨੇ ਇਹਨਾਂ ਦੇ ਰਿਵਾਜਾਂ ਕਰਕੇ ਇਹਨਾਂ ਦਾ ਹੀ ਇਹ ਨਾਮ ਪਾਇਆ ਹੋਇਆ ਹੈ। ਅੱਜ ਕੱਲ੍ਹ ਇਸੇ ਹੀ ਜਾਤੀ ਦਾ ਇੱਥੇ ਰਾਜ ਹੈ। ਇਸ ਰਾਜ ਦੀ ਸੀਮਾ ਦੇ ਨਾਲ ਤਿੱਬਤ ਤੇ ਚੀਨ, ਦੂਜੇ ਪਾਸੇ ਮਿਜ਼ੋਰਮ ਤੇ ਨਾਗਾਲੈਂਡ ਵਗੈਰਾ ਲੱਗਦੇ ਹਨ। ਇਹ ਸਾਰੇ ਸੂਬੇ ਅਸਾਮ ਵਿੱਚੋਂ ਨਿਕਲੇ ਹੋਏ ਹਨ ਤੇ ਇਹ 2 ਜ਼ਿਲ੍ਹਿਆਂ ਤੇ ਆਧਾਰਿਤ ਸੂਬਾ ਹੈ। ਇਸ ਦੇ ਨਾਲ ਹੀ ਮਿਜ਼ੋਰਮ ਹੈ, ਜੋ ਕਿ 1970 ਵਿੱਚ ਸਿਰਫ ਜ਼ਿਲ੍ਹਾ ਪਰਿਸ਼ਦ ਹੀ ਬਣੀ ਸੀ। ਬਾਅਦ ਵਿੱਚ ਅਰੁਣਾਚਲ ਤੇ ਮਿਜ਼ੋਰਮ ਨੂੰ ਕੇਂਦਰ ਅਧੀਨ ਇਲਾਕੇ ਯੂਨੀਅਨ ਟੈਰੀਟਰੀ ਦਾ ਦਰਜਾ ਦੇ ਦਿੱਤਾ ਗਿਆ ਸੀ ਤੇ ਇਸ ਤੋਂ ਮਗਰੋਂ ਇਹਨਾਂ ਨੂੰ ਸੂਬੇ ਦਾ ਦਰਜਾ ਮਿਲ ਗਿਆ। ਖਾਸ ਜਾਤੀ ਇਸਤਰੀ ਪ੍ਰਧਾਨ ਸਮਾਜ ਹੈ। ਜਾਇਦਾਦ ਪੁਸ਼ਤ ਦਰ ਪੁਸ਼ਤ ਔਰਤ ਦੇ ਨਾਮ ਚੱਲਦੀ ਹੈ ਤੇ ਔਰਤ ਮੁੱਖ ਹੋਣ ਕਰਕੇ ਬੰਦੇ ਨੂੰ ਵਿਆਹ ਕੇ ਆਪਣੇ ਘਰ ਲਿਆਉਂਦੀ ਹੈ। ਘਰ ਵਿੱਚ ਔਰਤ ਦੀ ਚੱਲਦੀ ਹੈ ਤੇ ਬੰਦਾ ਉਸ ਦੇ ਕਹੇ ਅਨੁਸਾਰ ਉਸ ਦਾ ਨੌਕਰ ਮਾਤਰ ਹੈ। ਇੱਕ ਭੀਲ ਜਾਤੀ ਹੈ। ਇਹ ਕੱਲਿਆ ਦੀ ਇਸੇ ਜਾਤੀ ਵਿੱਚੋਂ ਹੀ ਸੀ। ਇਹਨਾਂ ਦੇ ਵਿਆਹ ਦਾ ਨਾਮ ਗੋਲ ਗਦੇੜੂ ਹੈ। ਜਿਸ ਤਰ੍ਹਾਂ ਸਿੱਖਾਂ ਦੇ ਵਿਆਹ ਦਾ ਨਾਮ ਆਨੰਦ ਕਾਰਜ ਹੈ। ਗੋਲ ਗਦੇੜੂ ਕਰਨ ਵਾਸਤੇ ਉਹ ਸੱਦਾ ਪੱਤਰ ਭੇਜਦੇ ਹਨ ਤੇ ਜਿਵੇਂ ਛਿੰਝ ਪੈਂਦੀ ਹੈ ਉਸੇ ਤਰ੍ਹਾਂ ਲੋਕ ਗੋਲ ਧਾਰੇ ਵਿੱਚ ਬਹਿ ਜਾਂਦੇ ਹਨ। ਅੱਧ ਵਿੱਚ ਇੱਕ ਕਾਫੀ ਉੱਚਾ ਗੋਲ ਮੂੰਗਲਾ ਜਿਹਾ ਗੱਡ ਲੈਂਦੇ ਹਨ, ਜੋ ਬੜਾ ਤਿਲਕਣਾ ਜਿਹਾ ਹੁੰਦਾ ਹੈ। ਉਸ ਉੱਤੇ ਖੂਬ ਤੇਲ ਪਾ ਦਿੰਦੇ ਹਨ। ਵਿਆਹੁਣਯੋਗ ਕੁੜੀਆਂ ਉਸ ਮੂੰਗਲੇ ਦੇ ਦੁਆਲੇ ਘੇਰਾ ਬਣਾ ਲੈਂਦੀਆਂ ਹਨ। ਵਿਆਹ ਕਰਵਾਉਣ ਦਾ ਚਾਹਵਾਨ ਮੁੰਡਾ ਉਸ ਗੋਲ ਮੂੰਗਲੇ ਜਿਹੇ ਦੇ ਉਤਲੇ ਸਿਰੇ ਤੱਕ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਕੁੜੀਆਂ ਛਿੱਤਰ ਲੈ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀਆਂ ਹਨ। ਤਿਲਕਣ ਹੋਣ ਕਰਕੇ ਤੇ ਉਧਰੋਂ ਕੁੱਟ ਪੈਂਦੀ ਹੋਣ ਕਰਕੇ ਆਮ ਤੌਰ ਤੇ ਛੇਤੀ ਕੀਤੇ ਕੋਈ ਮੁੰਡਾ ਉਸ ਕਾਫੀ ਉੱਚੇ ਸਾਰੇ ਮੂੰਗਲੇ ਤੇ ਚੜ੍ਹਨ ਵਿੱਚ ਕਾਮਯਾਬ ਨਹੀਂ ਹੁੰਦਾ। ਪਰ ਜੇ ਕੋਈ ਕਾਮਯਾਬ ਹੋ ਜਾਵੇ ਤਾਂ ਫਿਰ ਜਿਸ ਕੁੜੀ ਤੇ ਉਹ ਉਂਗਲੀ ਰੱਖੇਗਾ ਉਸ ਦਾ ਵਿਆਹ ਉਸ ਨਾਲ ਕਰਨਾ ਪਵੇਗਾ। ਕਿੱਥੇ ਤਾਂ ਸਿੱਖਾਂ ਦੇ ਵਿਆਹਾਂ ਵਿੱਚ ਬਰਾਤ ਆਉਣ ਤੇ ਸ਼ਬਦ ਪੜ੍ਹਿਆ ਜਾਂਦਾ ਹੈ, ਹਮ ਘਰ ਸਾਜਨ ਆਏ, ਤੇ ਲਾੜੇ ਵਾਸਤੇ ਕਿਹਾ ਜਾਂਦਾ ਹੈ, ਸਾਜਨ ਲੱਧਾ ਜੀ ਸਾਰਾ ਜੱਗ ਢੂੰਡ ਕੇ। ਤੇ ਇਸ ਤਰ੍ਹਾਂ ਲੜਕੇ ਤੇ ਉਸ ਦੇ ਬਰਾਤੀਆਂ ਦਾ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਤੇ ਇੱਧਰ ਛਿੱਤਰ ਵਰਦੇ ਹਨ। ਠੀਕ ਕੀ ਹੈ ਤੇ ਗਲਤ ਕੀ ਹੈ, ਬਸ ਇਹ ਰਿਵਾਜ ਹੀ ਹੈ। ਗੁਜਰਾਤ ਵਿੱਚ ਤਰਨੇਤਰ ਨਾਂ ਦਾ ਮੇਲਾ ਲੱਗਦਾ ਹੈ। ਸ਼ਿਵ ਜੀ ਦੀਆਂ 3 ਅੱਖਾਂ ਕਰਕੇ ਇਸ ਮੇਲੇ ਦਾ ਨਾਮ ਪਿਆ ਹੈ ਤੇ ਸ਼ਿਵ ਜੀ ਦਾ ਇੱਥੇ ਮੰਦਿਰ ਹੈ। ਕਹਿੰਦੇ ਹਨ ਦ੍ਰੋਪਦੀ ਦਾ ਸਵੰਬਰ ਵੀ ਇੱਥੇ ਹੀ ਹੋਇਆ ਸੀ
ਤੇ ਅਰਜੁਨ ਨੇ ਮੱਛੀ ਦੀ ਅੱਖ ਇੱਥੇ ਹੀ ਵਿੰਨੀ ਸੀ। ਜਿਵੇਂ ਮੇਲਿਆਂ ਤੇ ਡੰਗਰਾਂ ਦੀ ਮੰਡੀ ਲੱਗਦੀ ਹੈ, ਇਸੇ ਤਰ੍ਹਾਂ ਹੀ ਵਿਆਹੁਣ ਵਾਲੇ ਮੁੰਡਿਆਂ ਤੇ ਕੁੜੀਆਂ ਦੀ ਇੱਥੇ ਇੱਕ ਤਰ੍ਹਾਂ ਦੀ ਮੰਡੀ ਜਿਹੀ ਹੀ ਲੱਗਦੀ ਹੈ। ਬਕਾਇਦਾ ਮੁੰਡੇ ਜਾਂ ਕੁੜੀ ਨੂੰ ਤੋਰ ਕੇ ਵੇਖਿਆ ਜਾਂਦਾ ਹੈ, ਜਿਵੇਂ ਮੱਝਾਂ ਗਾਈਆਂ ਵੇਖੀਆਂ ਜਾਂਦੀਆਂ ਹਨ ਕਿ ਕਿਤੇ ਕੋਈ ਲੰਗੜਾ ਤੇ ਨਹੀਂ। ਇਸੇ ਤਰ੍ਹਾਂ ਹੀ ਮੂੰਹ ਅੱਡ ਅੱਡ ਕੇ ਦੰਦ ਵਗੈਰਾ ਵੀ ਵੇਖੇ ਜਾਂਦੇ ਹਨ। ਫਿਰ ਦੋਵੇਂ ਧਿਰਾਂ ਚੰਗੀ ਤਰ੍ਹਾਂ ਵੇਖ ਵਿਚਾਰ ਕੇ ਪਸੰਦ ਆ ਜਾਣ ਤੇ ਕੁੜੀ ਤੇ ਮੁੰਡੇ ਦਾ ਵਿਆਹ ਕਰ ਦਿੰਦੇ ਹਨ। ਸੰਥਾਲ ਜਾਤੀ ਦੇ ਲੋਕ ਖੂਨ ਵਿੱਚ ਦੁੱਧ ਪਾ ਕੇ ਪੀਂਦੇ ਹਨ। ਇਸ ਜਾਤੀ ਦੇ ਲੋਕ ਜ਼ਿਆਦਾਤਰ ਛੋਟਾ ਨਾਗਪੁਰ ਦੇ ਨੇੜੇ ਤੇੜੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਦੱਖਣੀ ਅਫਰੀਕਾ ਦੇ ਕਈਆਂ ਦੇਸ਼ਾਂ ਵਿੱਚ ਜੇ ਕੋਈ ਪ੍ਰਾਹੁਣਾ ਘਰ ਆ ਜਾਵੇ ਤਾਂ ਉਹ ਗਾਂ ਜਾਂ ਬੌਲਦ ਦੇ ਸਿੰਗ ਨੂੰ ਗਲਾਸ ਵਾਂਗ ਵਰਤਦੇ ਹਨ ਤੇ ਪਾਣੀ ਵਗੈਰਾ ਵੀ ਉਸੇ ਵਿੱਚ ਹੀ ਪੀਂਦੇ ਹਨ। ਇੱਕ ਹੋਰ ਸਿੰਗ ਜਿਸ ਦਾ ਪਿਛਲਾ ਹਿੱਸਾ ਰਗੜ ਰਗੜ ਕੇ ਸੂਏ ਵਰਗਾ ਕੀਤਾ ਹੁੰਦਾ ਹੈ, ਕਿਸੇ ਗਾਂ ਦੇ ਖੂਨ ਵਾਲੀ ਨਾੜੀ ਵਿੱਚ ਚੁਭੋਇਆ ਜਾਂਦਾ ਹੈ ਤੇ ਗਰਮਾ ਗਰਮ ਖੂਨ ਦਾ ਉਹ ਗਲਾਸ ਰੂਪੀ ਸਿੰਘ ਭਰ ਕੇ ਪ੍ਰਾਹੁਣੇ ਨੂੰ ਪੀਣ ਲਈ ਦਿੱਤਾ ਜਾਂਦਾ ਹੈ। ਇਹ ਇੱਕ ਆਮ ਰਿਵਾਜ ਤੇ ਪ੍ਰਾਹੁਣਾਚਾਰੀ ਦਾ ਵਧੀਆ ਸਲੀਕਾ ਮੰਨਿਆ ਜਾਂਦਾ ਹੈ। ਪਰ ਹੋਰ ਕੋਈ ਸ਼ਾਇਦ ਇਸ ਤਰ੍ਹਾਂ ਦਾ ਲਹੂ ਨਾ ਪੀ ਸਕਦਾ ਹੋਵੇ ਤੇ ਉਲਟੀ ਕਰ ਦੇਵੇ। ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਬੱਚਾ ਮਾਂ ਦੇ ਪੇਟ ਵਿੱਚ 9 ਮਹੀਨੇ ਬਹੁਤ ਜ਼ਿਆਦਾ ਤਾਪਮਾਨ ਵਿੱਚ ਪੁੱਠਾ ਲਟਕਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਬੱਚਾ 9 ਮਹੀਨੇ ਦੁੱਖ ਭੋਗਦਾ ਹੈ। ਪਰ ਵਿਗਿਆਨੀਆਂ ਦਾ ਵਿਚਾਰ ਇਸ ਤੋਂ ਬਿਲਕੁਲ ਉਲਟ ਹੈ। ਵਿਗਿਆਨੀਆਂ ਨੇ ਸਿੱਧ ਕੀਤਾ ਹੈ ਕਿ ਜਿੰਨਾ ਸੁੱਖ ਬੱਚੇ ਨੂੰ ਮਾਂ ਦੇ ਪੇਟ ਵਿੱਚ ਮਿਲਦਾ ਹੈ, ਉਹਨਾਂ ਹੋਰ ਕਿਤੇ ਨਹੀਂ ਮਿਲਦਾ। ਬੱਚਾ ਗੁਣਗਣੇ ਪਾਣੀ ਦੇ ਟੱਬਨੁਮਾ ਪਕਾਨੇ ਜਿਹੇ ਵਿੱਚ ਤੈਰਦਾ ਹੈ ਤੇ ਖੁਸ਼ ਰਹਿੰਦਾ ਹੈ। ਅੱਜ ਕੱਲ੍ਹ ਸਕੈਨਿੰਗ ਸਕਰੀਨ ਤੇ ਹੱਸਦਾ ਤੇ ਖੁਸ਼ ਹੁੰਦਾ ਬੱਚਾ ਵੇਖਿਆ ਜਾ ਸਕਦਾ ਹੈ। ਵਿਗਿਆਨੀ ਤਾਂ ਇਸ ਸਿੱਟੇ ਤੇ ਵੀ ਪਹੁੰਚੇ ਹਨ ਕਿ ਜ਼ਿੰਦਗੀ ਦੇ ਸੁੱਖ ਆਰਾਮ ਬੱਚੇ ਦੇ 9 ਮਹੀਨੇ ਪੇਟ ਵਿੱਚ ਰਹਿਣ ਦੇ ਸੁੱਖ ਵਜੋਂ ਹੀ ਹੋਂਦ ਵਿੱਚ ਆਏ ਹਨ। ਜੋ ਲੋਕ ਇਹ ਕਹਿੰਦੇ ਹਨ ਕਿ 9 ਮਹੀਨਾ ਬੱਚਾ ਮਾਂ ਦੇ ਪੇਟ ਵਿੱਚ ਵਰਦੀ ਅੱਗ ਵਿੱਚ ਦੁੱਖ ਭੋਗਦਾ ਹੈ, ਵਿਗਿਆਨੀ ਕਹਿੰਦੇ ਹਨ ਕਿ ਉਹਨਾਂ ਦੀ ਗੱਲ ਬਿਲਕੁਲ ਗਲਤ ਹੈ। ਕੋਈ ਦੱਸੇ ਕਿ ਸਧਾਰਨ ਲੋਕ ਕਿਸ ਗੱਲ ਨੂੰ ਠੀਕ ਮੰਨਣ। ਵਿਗਿਆਨੀਆਂ ਦੀ ਗੱਲ ਨੂੰ ਤਾਂ ਠੀਕ ਮੰਨਣਾ ਹੀ ਪਵੇਗਾ। ਤਿੱਬਤ ਵਿੱਚ ਇਹ ਰਿਵਾਜ ਸੈਂਕੜੇ ਸਾਲ ਰਿਹਾ ਹੈ ਕਿ ਬੱਚਾ ਜਦੋਂ ਜੰਮਦਾ ਹੀ ਸੀ ਤਾਂ ਉਸ ਨੂੰ 7 ਵਾਰ ਠੰਡੇ ਪਾਣੀ ਵਿੱਚ ਆਈਸ ਕੋਲਡ ਵਾਟਰ ਵਿੱਚ ਡੁਬਕੀਆਂ ਦੇ ਕੇ ਨਹਾਇਆ ਜਾਂਦਾ ਸੀ। ਸਿੱਟੇ ਵਜੋਂ 10 ਵਿੱਚੋਂ 7 ਬੱਚੇ ਮਰ ਜਾਂਦੇ ਸਨ। ਪਰ ਜਦੋਂ ਅਨਪੜ੍ਹਤਾ ਖਤਮ ਹੋਈ ਤਾਂ ਮੌਤ ਦਰ ਘਟ ਕੇ 100ਵਾਂ ਹਿੱਸਾ ਰਹਿ ਗਿਆ, ਕਿਉਂਕਿ ਪਹਿਲਾਂ ਲੋਕ ਇਹ ਮੰਨ ਕੇ ਚੱਲਦੇ ਸਨ ਕਿ ਜ਼ਿੰਦਗੀ ਤੇ ਮੌਤ ਤਾਂ ਪਰਮਾਤਮਾ ਦੇ ਹੱਥ ਹੈ। ਜਿਹਨੇ ਮਰਨਾ ਹੁੰਦਾ ਹੈ ਉਸ ਨੇ ਮਰ ਹੀ ਜਾਣਾ ਹੈ ਤੇ ਜਿਹਨੇ ਬਚਣਾ ਹੈ ਉਹ ਬਚ ਹੀ ਜਾਂਦਾ ਹੈ। 10 ਕੁ ਸਾਲ ਪਹਿਲਾਂ ਤਾਂ ਸ਼ਹਿਰਾਂ ਵਿੱਚ ਵੀ ਬੱਚੇ ਦਾਈਆਂ ਹੀ ਜਮਾਉਂਦੀਆਂ ਸਨ ਤੇ ਪਿੰਡਾਂ ਵਿੱਚ ਅਜੇ ਵੀ ਇਹ ਕੰਮ ਦਾਈਆਂ ਹੀ ਕਰਦੀਆਂ ਹਨ। ਬੱਚਾ ਜੰਮਣ ਤੇ ਕਿਸੇ ਵੀ ਗੰਦੇ ਮੰਦੇ ਰੰਬੇ ਜਾਂ ਦਾਤਰੀ ਨਾਲ ਨਾੜੂ ਵੱਢ ਦਿੰਦੀਆਂ ਸਨ ਤੇ ਕਈ ਬੱਚੇ ਚਾਨਣੀ ਟੈਟਨਸ ਦੀ ਬਿਮਾਰੀ ਨਾਲ ਮਰ ਜਾਂਦੇ ਸਨ। ਅੱਗੇ ਕੋਈ ਵੀ ਬੱਚਾ ਸਮੇਂ ਤੋਂ ਪਹਿਲਾਂ ਜੰਮ ਪਵੇ ਤਾਂ ਮਰ ਹੀ ਜਾਂਦਾ ਸੀ। ਪਰ ਹੁਣ ਅਮਰੀਕਾ ਵਿੱਚ 110 ਦਿਨ ਦਾ ਭਰੂਣ ਅਰਥਾਤ 4 ਮਹੀਨਿਆਂ ਤੋਂ ਵੀ ਘੱਟ ਦਾ ਬੱਚਾ ਡਾਕਟਰ ਬਚਾ ਲੈਂਦੇ ਹਨ। ਮੱਛੀ ਖਾਣੀ ਬੰਗਾਲੀਆਂ ਦੀ ਮਜਬੂਰੀ ਹੈ। ਥਾਈਲੈਂਡ ਵਿੱਚ ਸ਼ਾਕਾਹਾਰੀ ਭੋਜਨ ਵੀ ਮੱਛੀ ਦੇ ਤੇਲ ਵਿੱਚ ਹੀ ਬਣਦਾ ਹੈ। ਜੇ ਅੱਜ ਸਾਰੇ ਬੰਗਾਲੀ ਸਿੱਖ ਪ੍ਰਚਾਰਕਾਂ ਦੇ ਸਮਝਾਉਣ ਤੇ ਅੰਮ੍ਰਿਤ ਛਕਣ ਲਈ ਤਿਆਰ ਹੋ ਕੇ ਲਾਈਨ ਵਿੱਚ ਖੜੋ ਕੇ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਮੱਛੀ ਖਾਣੀ ਮਨ੍ਹਾ ਹੈ ਤਾਂ ਉਹ ਲਾਈਨ ਵਿੱਚੋਂ ਪਾਸੇ ਹਟ ਜਾਣਗੇ ਤੇ ਅੰਮ੍ਰਿਤ ਛਕਣ ਦਾ ਵਿਚਾਰ ਤਿਆਗ ਦੇਣਗੇ, ਕਿਉਂਕਿ ਮੱਛੀ ਖਾਣੀ ਉਹਨਾਂ ਦੀ ਮਜਬੂਰੀ ਹੈ। ਦੁਨੀਆ ਦੀ 3/4 ਆਬਾਦੀ ਲਈ ਮਾਸ ਖਾਣਾ ਮਜਬੂਰੀ ਹੈ। ਪੂਰੇ ਭਾਰਤ ਵਿੱਚ ਪਸ਼ੂ ਮਾਰਨ ਲਈ 6000 ਬੁੱਚੜਖਾਨੇ ਹਨ। ਉਹਨਾਂ ਵਿੱਚ ਪਸ਼ੂ ਨੂੰ ਵੱਢਣ ਨਾਲ ਜਿੰਨਾ ਵੀ ਖੂਨ ਨਿਕਲਦਾ ਹੈ ਉਸ ਵਿੱਚੋਂ ਭੋਰਾ ਵੀ ਜਾਇਆ ਨਹੀਂ ਜਾਣ ਦਿੱਤਾ ਜਾਂਦਾ ਤੇ ਟੈਂਕਰਾਂ ਵਿੱਚ ਭਰ ਕੇ ਦਵਾਈਆਂ ਬਣਾਉਣ ਵਾਲੇ ਕਾਰਖਾਨਿਆਂ ਵਿੱਚ ਭੇਜਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਲੰਧਰ ਤੋਂ ਫਗਵਾੜੇ ਜਾਂਦਿਆਂ ਚਹੇੜੂ ਵਾਲਾ ਪੁਲ ਟੱਪਦਿਆਂ ਹੀ ਸੱਜੇ ਹੱਥ ਇੱਕ ਹੱਡਾਂ ਦਾ ਕਾਰਖਾਨਾ ਹੈ। ਉਹਨਾਂ ਹੱਡਾਂ ਵਿੱਚੋਂ ਪ੍ਰੋਟੀਨ ਕੈਮ ਨਾਂ ਦਾ ਇੱਕ ਪਾਊਡਰ ਕੱਢਿਆ ਜਾਂਦਾ ਹੈ ਜਿਸ ਦੀ ਬਹੁਤ ਮੰਗ ਹੈ ਤੇ ਆਈਸਕ੍ਰੀਮ ਬਣਾਉਣ ਅਤੇ ਟੁੱਥਪੇਸਟ ਬਣਾਉਣ ਵਾਲੀਆਂ ਕੰਪਨੀਆਂ ਦਾ ਲੱਖਾਂ ਰੁਪਇਆ ਐਡਵਾਂਸ ਦੇ ਰੂਪ ਵਿੱਚ ਇਸ ਫੈਕਟਰੀ ਵਿੱਚ ਜਮ੍ਹਾਂ ਰਹਿੰਦਾ ਹੈ। ਜੇ ਆਈਸਕ੍ਰੀਮ ਵਿੱਚ ਹੱਡਾਂ ਵਿੱਚੋਂ ਨਿਕਲਿਆ ਹੋਇਆ ਇਹ ਪਾਊਡਰ ਨਾ ਪਾਇਆ ਜਾਵੇ ਤਾਂ ਆਈਸਕ੍ਰੀਮ ਨਹੀਂ ਬਣ ਸਕਦੀ ਤੇ ਇਸੇ ਤਰ੍ਹਾਂ ਹੀ ਇਸ ਤੋਂ ਬਿਨਾਂ
ਟੁੱਥਪੇਸਟ ਵੀ ਨਹੀਂ ਬਣ ਸਕਦੀ। ਲੇਸ ਜਿਹੀ ਬਣਾਉਣ ਦਾ ਕੰਮ ਇਹ ਪਾਊਡਰ ਹੀ ਕਰਦਾ ਹੈ। ਨਹੀਂ ਤਾਂ ਜਦੋਂ ਟੁੱਥਪੇਸਟ ਬਰਸ਼ ਤੇ ਲਾਈ ਜਾਵੇਗੀ ਤਾਂ ਉਹ ਦਾਣਿਆਂ ਵਾਂਗ ਭੁਰ ਕੇ ਥੱਲੇ ਡਿੱਗ ਪਵੇਗੀ। ਆਈਸਕ੍ਰੀਮ ਨਾਲ ਵੀ ਇਸੇ ਤਰ੍ਹਾਂ ਹੀ ਹੋਵੇਗਾ। ਅਮਰੀਕਾ, ਕੈਨੇਡਾ ਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਦਹੀਂ ਜਮਾਉਣ ਲਈ ਕੱਟੇ ਦੇ ਗਿੱਟੇ ਵਿੱਚੋਂ ਕੱਢੇ ਹੋਏ ਪਦਾਰਥ ਨੂੰ ਜਾਗ ਲਾਉਣ ਲਈ ਵਰਤਿਆ ਜਾਂਦਾ ਹੈ ਤੇ ਦਹੀਂ ਲੇਸਲਾ ਜਿਹਾ ਹੁੰਦਾ ਹੈ, ਪਰ ਇਸ ਵਿੱਚ ਪੌਸ਼ਟਿਕ ਤੱਤ ਬਹੁਤ ਹੁੰਦੇ ਹਨ। ਕਈ ਸਿੱਖ ਕਿੱਲ ਕੇ ਮਾਸ ਨਾ ਖਾਣ ਦਾ ਪ੍ਰਚਾਰ ਕਰਦੇ ਹਨ। ਕੋਈ ਉਹਨਾਂ ਨੂੰ ਪੁੱਛੇ ਕਿ ਕੀ ਉਹ ਆਈਸਕ੍ਰੀਮ ਨਹੀਂ ਖਾਂਦੇ, ਕੀ ਸਵੇਰੇ ਦੰਦਾਂ ਨੂੰ ਬ੍ਰਸ਼ ਨਹੀਂ ਕਰਦੇ, ਕੀ ਮਾਸ ਖਾਣ ਦੀਆਂ ਗੱਲਾਂ ਕਰਨ ਵਾਲੇ ਉਹ ਲੋਕ ਢੌਂਗੀ ਨਹੀਂ ਹਨ, ਕਿ ਉਹਨਾਂ ਨੇ ਕਦੇ ਤਾਕਤ ਦੀ ਦਵਾਈ ਨਹੀਂ ਖਾਧੀ, ਉਹ ਵੀ ਤਾਂ ਡੰਗਰਾਂ ਦੇ ਖੂਨ ਦੀ ਹੀ ਬਣਦੀ ਹੈ। ਖੰਘ ਦੀ ਦਵਾਈ ਤੇ ਹੋਰ ਪ੍ਰਕਾਰ ਦੀਆਂ ਤਰਲ ਦਵਾਈਆਂ ਵਿੱਚ ਸ਼ਰਾਬ ਜ਼ਰੂਰ ਪੈਂਦੀ ਹੈ, ਨਹੀਂ ਤਾਂ ਦਵਾਈ ਜੰਮ ਕੇ ਲੇਬਾ ਜਿਹਾ ਬਣ ਜਾਵੇਗੀ। ਖੰਘ ਦੀ ਦਵਾਈ ਵਿੱਚ ਤਾਂ ਅਫੀਮ ਵੀ ਪੈਂਦੀ ਹੈ, ਫਿਰ ਠੀਕ ਕੌਣ ਹੋਇਆ? ਅਫਰੀਕਾ ਵਿੱਚ ਲੋਕ ਕੀੜੇ ਮਕੌੜੇ, ਕੋੜ ਕਿਰਲੇ, ਤਿਲ ਚੱਟੇ ਭੁੰਨ ਕੇ ਖਾਂਦੇ ਹਨ। ਅਫਰੀਕਾ ਵਿੱਚ ਹੀ ਬੋਕਾਸੋ ਤੇ ਯੁਗਾਂਡਾ ਦਾ ਰਾਸ਼ਟਰਪਤੀ ਈਦੀ ਅਮੀਨ ਬੰਦਿਆਂ ਦਾ ਮਾਸ ਖਾਂਦੇ ਫੜੇ ਗਏ ਸਨ। ਈਦੀ ਅਮੀਨ ਕਹਿੰਦਾ ਹੈ ਕਿ ਬੱਚਿਆਂ ਦਾ ਮਾਸ ਸਭ ਤੋਂ ਵੱਧ ਸਵਾਦੀ ਹੁੰਦਾ ਹੈ ਤੇ ਉਸ ਦੇ ਫਰਿੱਜ ਵਿੱਚੋਂ ਵੀ ਬੱਚਿਆਂ ਦਾ ਮਾਸ ਹੀ ਫੜਿਆ ਗਿਆ ਸੀ, ਕਿਉਂਕਿ ਉਹ ਇੱਕ ਆਦਮਖੋਰ ਕਬੀਲੇ ਵਿੱਚੋਂ ਸੀ। ਇਸ ਲਈ ਬੰਦੇ ਦਾ ਮਾਸ ਖਾਣ ਦੀ ਉਹਨਾਂ ਦੀ ਕੋਈ ਘਿਰਣਾ ਨਹੀਂ ਸੀ, ਪਰ ਹੋਰ ਕੋਈ ਵੀ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ। ਅਫਰੀਕਾ ਵਿੱਚ ਇੱਕ ਈਸਾਈ ਪਾਦਰੀ ਜੋ ਮਿਸ਼ਨਰੀ ਦੇ ਤੌਰ ਤੇ ਅਫਰੀਕਾ ਗਿਆ ਸੀ, ਇੱਕ ਆਦਮਖੋਰ ਕਬੀਲੇ ਦੇ ਢਹੇ ਚੜ੍ਹ ਗਿਆ ਤਾਂ ਉਹਨਾਂ ਨੇ ਉਸ ਦਾ ਮਾਸ ਰਿੰਨ ਕੇ ਖਾ ਲਿਆ। ਮੁਸਲਮਾਨ ਦਿਨੇ ਰੋਜ਼ੇ ਰੱਖਦੇ ਹਨ ਤੇ ਰਾਤ ਨੂੰ ਖਾਂਦੇ ਹਨ, ਪਰ ਜੈਨੀ ਸੂਰਜ ਛਿਪਣ ਤੋਂ ਬਾਅਦ ਪਾਣੀ ਵੀ ਨਹੀਂ ਪੀਂਦੇ। ਬ੍ਰਾਹਮਣ ਮਾਸ ਨਹੀਂ ਖਾਂਦੇ, ਪਰ ਰਾਮ ਕ੍ਰਿਸ਼ਨ ਪਰਮਹੰਸ ਜੋ ਹਿੰਦੂਆਂ ਦੇ ਪੂਜਨੀਕ ਸੰਤ ਹੋਏ ਹਨ, ਮਾਸ ਖਾਂਦੇ ਸਨ। ਬਹੁਤੇ ਕਸ਼ਮੀਰੀ ਪੰਡਤ ਮਾਸ ਖਾ ਲੈਂਦੇ ਹਨ। ਪੰਡਤ ਜਵਾਹਰ ਲਾਲ ਨਹਿਰੂ ਦਾ ਪਰਿਵਾਰ ਵੀ ਮਾਸ ਦਾ ਸ਼ੌਕੀਨ ਹੈ, ਪਰ ਉੱਤਰੀ ਭਾਰਤ ਦੇ ਬ੍ਰਾਹਮਣ ਮਾਸ ਨਹੀਂ ਖਾਂਦੇ। ਮਹਾਤਮਾ ਬੁੱਧ ਕਹਿੰਦੇ ਹਨ, ਕਿਸੇ ਜਾਨਵਰ ਨੂੰ ਮਾਰਨ ਵਿੱਚ ਹਿੰਸਾ ਹੈ, ਪਰ ਮਰਿਆ ਮਰਾਇਆ ਖਾਣ ਦਾ ਕੋਈ ਹਰਜ ਨਹੀਂ। ਜੈਨੀ ਕਹਿੰਦੇ ਹਨ, ਮਾਸ ਖਾਣ ਬਾਰੇ ਸੋਚਣਾ ਵੀ ਪਾਪ ਹੈ। ਦ੍ਰੋਪਦੀ ਦੇ 5 ਪਤੀ ਸਨ, ਪਰ ਫਿਰ ਵੀ ਹਿੰਦੂ ਦ੍ਰੋਪਦੀ ਨੂੰ ਉਹਨਾਂ 5 ਕੰਨਿਆਵਾਂ ਵਿੱਚੋਂ ਮੰਨਦੇ ਹਨ ਜਿਨ੍ਹਾਂ ਦਾ ਸਵੇਰੇ ਨਾਮ ਜਪਣਾ ਸ਼ੁਭ ਹੈ। ਮੁਸਲਮਾਨ 5 ਵਾਰ ਨਮਾਜ਼ ਪੜ੍ਹਦੇ ਹਨ ਤੇ ਈਸਾਈ ਹਫ਼ਤੇ ਵਿੱਚ ਇੱਕ ਦਿਨ ਐਤਵਾਰ ਹੀ ਚਰਚ ਜਾਂਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੇ 9 ਵਿਆਹ ਕੀਤੇ। ਜਦੋਂ ਉਹ 14 ਸਾਲ ਦੇ ਸਨ ਤਾਂ 40 ਸਾਲ ਦੀ ਔਰਤ ਨਾਲ ਵਿਆਹ ਕੀਤਾ, ਤੇ ਜਦੋਂ 40 ਸਾਲਾਂ ਦੇ ਸਨ ਉਦੋਂ 14 ਸਾਲ ਦੀ ਕੁੜੀ ਨਾਲ ਵਿਆਹ ਕੀਤਾ। 4 ਵਿਆਹ ਤਾਂ ਹਰ ਮੁਸਲਮਾਨ ਲਈ ਜਾਇਜ਼ ਹੀ ਹਨ, ਪਰ ਸਾਰੇ ਯੂਰਪ ਵਿੱਚ ਤੇ ਭਾਰਤ ਵਿੱਚ ਇੱਕ ਪਤਨੀ ਨੂੰ ਰੱਖਣਾ ਹੀ ਠੀਕ ਸਮਝਿਆ ਜਾਂਦਾ ਹੈ। ਪਹਿਲਾਂ ਅਮਰੀਕਾ ਤੇ ਦੁਨੀਆ ਦੇ ਕਈ ਹੋਰ ਦੇਸ਼ਾਂ ਵਿੱਚ ਬੰਦਾ ਬੰਦੇ ਨੂੰ ਡੰਗਰਾਂ ਵਾਂਗ ਵੇਚਦਾ ਤੇ ਖਰੀਦਦਾ ਸੀ। ਭਾਰਤ ਵਿੱਚ ਅਛੂਤ ਦਾ ਪਰਛਾਵਾਂ ਵੀ ਪੈ ਜਾਵੇ ਤਾਂ ਹਿੰਦੂ ਅਪਵਿੱਤਰ ਹੋ ਜਾਂਦਾ ਹੈ। ਵੇਦਾਂ ਦੇ ਹਰ ਚੈਪਟਰ ਤੇ ਲਿਖਣ ਵਾਲੇ ਨਾਮ ਲਿਖਿਆ ਹੋਇਆ ਹੈ, ਪਰ ਪੜ੍ਹੇ ਲਿਖੇ ਹਿੰਦੂ ਅਜੇ ਵੀ ਆਖੀ ਜਾਂਦੇ ਹਨ ਕਿ ਵੇਦ ਪਰਮਾਤਮਾ ਨੇ ਲਿਖੇ ਹਨ। ਵੇਦਾਂ ਵਿੱਚ ਕਈਆਂ ਥਾਵਾਂ ਤੇ ਲਿਖਿਆ ਹੋਇਆ ਹੈ ਕਿ ਹੇ ਪਰਮਾਤਮਾ, ਸਿਰਫ ਮੇਰੇ ਖੇਤ ਵਿੱਚ ਹੀ ਮੀਂਹ ਪਾ ਤੇ ਮੇਰੇ ਦੁਸ਼ਮਣ ਦਾ ਖੇਤ ਸੁੱਕਾ ਹੀ ਰੱਖ। ਮੈਂ ਤੈਨੂੰ ਰਜਾ ਕੇ ਸੋਮ ਰਸ ਪਿਆਵਾਂਗਾ। ਮੇਰੀ ਗਾਂ ਦੇ ਥਣਾਂ ਵਿੱਚ ਦੁੱਧ ਪਾ ਤੇ ਮੇਰੇ ਗੁਆਂਢੀ ਦੀ ਗਾਂ ਦਾ ਦੁੱਧ ਸੁਕਾ ਦੇ। ਪਰ ਦੂਜੇ ਪਾਸੇ ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ ਹੈ ਤੇ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਚੀਨ ਦੇ ਲੋਕ ਮੰਨਦੇ ਹਨ ਕਿ ਲਾਓ ਤਸੇ 84 ਸਾਲ ਦੀ ਉਮਰ ਦਾ ਬੁੱਢਾ ਹੀ ਪੈਦਾ ਹੋਇਆ ਸੀ। ਇਸੇ ਤਰ੍ਹਾਂ ਹੀ ਸਿੱਖਾਂ ਵਿੱਚੋਂ ਨਿਕਲੇ ਹੋਏ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਕੂਕੇ ਕਹਿੰਦੇ ਹਨ ਕਿ ਬਾਬਾ ਰਾਮ ਸਿੰਘ ਕੱਪੜੇ ਪਏ ਪੁਆਏ ਹੀ ਜੰਮਿਆ ਸੀ। ਜਦੋਂ ਬਾਬਾ ਰਾਮ ਸਿੰਘ ਜੰਮੇ ਤਾਂ ਦਾਈ ਨੇ ਵੇਖਿਆ ਕਿ ਇੱਕ ਗੋਲ ਜਿਹੀ ਸਿੱਲ ਜੰਮੀ ਹੈ। ਜਦੋਂ ਉਹਨੇ ਸ਼ਰੀਂ ਦੇ ਦਰਖਤ ਦੀ ਸੋਟੀ ਨਾਲ ਉਸ ਪੱਥਰ ਵਰਗੀ ਸਿੱਲ ਦੀ ਉਤਲੀ ਪਰਤ ਹਟਾਈ ਤਾਂ ਥੱਲਿਓਂ ਕੱਪੜੇ ਪਏ ਪੁਆਏ ਹੀ ਬਾਬਾ ਰਾਮ ਸਿੰਘ ਨਿਕਲਿਆ। ਹਿੰਦੂ ਕਹਿੰਦੇ ਹਨ ਕਿ ਵਿਸ਼ਵਕਰਮਾ ਦੀ ਪੁੱਤਰੀ ਦਾ ਵਿਆਹ ਸੂਰਜ ਨਾਲ ਹੋਇਆ ਸੀ। ਉਹਨੇ ਆ ਕੇ ਆਪਣੇ ਪਿਤਾ ਕੋਲ ਸ਼ਿਕਾਇਤ ਕੀਤੀ ਕਿ ਮੇਰੇ ਕੋਲੋਂ ਸੂਰਜ ਵੱਲ ਵੇਖਿਆ ਨਹੀਂ ਜਾਂਦਾ ਤੇ ਮੇਰੀਆਂ ਅੱਖਾਂ ਝੁੰਧਿਆ ਜਾਂਦੀਆਂ ਹਨ। ਤਾਂ ਕਹਿੰਦੇ ਹਨ ਬਾਬਾ ਵਿਸ਼ਵਕਰਮਾ ਨੇ ਸੂਰਜ ਨੂੰ ਫੜ ਕੇ ਖਰਾਤ ਤੇ ਬੰਨ੍ਹ ਲਿਆ ਤੇ ਉਸ ਦਾ 8ਵਾਂ ਹਿੱਸਾ ਛਾਂਗ ਦਿੱਤਾ। ਇਸ ਤਰ੍ਹਾਂ ਸੂਰਜ ਗੋਲ ਹੋ ਗਿਆ
ਤੇ ਜੋ ਛਾਂਗ ਲੱਥਾ ਉਸ ਨਾਲ ਯੁਧਿਸ਼ਟਰ ਦਾ ਰਥ, ਕ੍ਰਿਸ਼ਨ ਦਾ ਸੁਦਰਸ਼ਨ ਚੱਕਰ ਤੇ ਸ਼ਿਵ ਜੀ ਦੇ ਛੋਟੇ ਪੁੱਤਰ ਕਾਰਤਿਕੇ ਦੀ ਬਰਸ਼ੀ ਬਣਾਈ ਗਈ। ਪਰ ਵਿਗਿਆਨ ਕਹਿੰਦਾ ਹੈ ਕਿ ਸੂਰਜ ਇੱਕ ਅੱਗ ਦਾ ਗੋਲਾ ਹੈ ਤੇ ਇਸ ਦਾ ਆਕਾਰ ਧਰਤੀ ਤੋਂ ਕਈ ਲੱਖ ਗੁਣਾ ਵੱਡਾ ਹੈ। ਇਹ ਧਰਤੀ ਤੋਂ ਇੰਨੀ ਦੂਰੀ ਤੇ ਹੈ ਕਿ ਇਸ ਦੀ ਕਿਰਨ 8 ਮਿੰਟ 18 ਸਕਿੰਟ ਵਿੱਚ ਧਰਤੀ ਤੱਕ ਆਉਂਦੀ ਹੈ। ਜੇ ਕੋਈ ਵਿਗਿਆਨੀ ਕੋਈ ਸਪੇਸ ਸ਼ਟਲ ਬਣਾ ਕੇ ਸੂਰਜ ਵੱਲ ਭੇਜੇ ਤਾਂ ਉਹ ਕਈ ਕਰੋੜ ਮੀਲ ਸੂਰਜ ਤੋਂ ਉਰੇ ਹੋਵੇ ਤਾਂ ਵੀ ਸੜ ਕੇ ਸੁਆਹ ਹੋ ਜਾਵੇਗੀ। ਪਤਾ ਨਹੀਂ ਵਿਸ਼ਵਕਰਮਾ ਨੇ ਕਿਵੇਂ ਉਹਨੂੰ ਫੜ ਕੇ ਖਰਾਦ ਤੇ ਬੰਨ੍ਹ ਲਿਆ ਤੇ ਉਹ ਖਰਾਦ ਕਿੱਡਾ ਵੱਡਾ ਹੋਏਗਾ ਜਿਸ ਦੇ ਚੱਕ ਤੇ ਸੂਰਜ ਨੂੰ ਬੰਨ੍ਹ ਕੇ ਛਾਂਗਿਆ ਗਿਆ ਸੀ, ਗਪੌੜੀ ਕਿਸੇ ਥਾਂ ਦੇ। ਕਈ ਸਿੱਖ ਕਹਿੰਦੇ ਹਨ ਕਿ ਕੇਸ 5 ਕਕਾਰਾਂ ਵਿੱਚ ਹਨ ਤੇ ਕੁਝ ਸਿੱਖ ਕਹਿੰਦੇ ਹਨ ਕਿ ਕੇਸ ਕੀ ਕਕਾਰਾਂ ਵਿੱਚ ਸ਼ਾਮਲ ਹੈ, ਕੇਸ ਨਹੀਂ। ਇਸ ਗੱਲ ਦਾ ਫੈਸਲਾ ਅੱਜ 300 ਸਾਲ ਬੀਤ ਜਾਣ ਤੇ ਵੀ ਨਹੀਂ ਹੋ ਸਕਿਆ। ਠੀਕ ਕੀ ਹੈ, ਗਲਤ ਕੀ ਹੈ, ਕਿਵੇਂ ਫੈਸਲਾ ਹੋਵੇ। ਸਰਦਾਰ ਭਗਤ ਸਿੰਘ ਕਮਿਊਨਿਸਟ ਸਨ ਤੇ ਰੱਬ ਨੂੰ ਨਹੀਂ ਸਨ ਮੰਨਦੇ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਮੰਨਦੇ ਸਨ। ਧਾਰਮਿਕ ਮਾਨਤਾਵਾਂ ਦਾ ਉਹਨਾਂ ਲਈ ਕੋਈ ਅਰਥ ਨਹੀਂ ਸੀ। ਜੇਲ੍ਹ ਵਿੱਚ ਉਹ ਜੇਲ੍ਹ ਵੱਲੋਂ ਦਿੱਤੀ ਹੋਈ ਰੋਟੀ ਖਾ ਲੈਂਦੇ ਸਨ, ਹੋਰ ਚੀਜ਼ਾਂ ਵੀ ਖਾ ਲੈਂਦੇ ਸਨ, ਪਰ ਲੂਣ ਨਹੀਂ ਸਨ ਖਾਂਦੇ। ਉਹਨਾਂ ਦਾ ਵਿਚਾਰ ਸੀ ਕਿ ਲੋਕ ਕਿਤੇ ਇਹ ਨਾ ਆਖਣ ਕਿ ਅੰਗਰੇਜ਼ਾਂ ਦਾ ਲੂਣ ਖਾ ਕੇ ਹਰਾਮ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਜਿੱਥੇ ਇੱਕ ਤੋਂ ਜ਼ਿਆਦਾ ਲੋਕ ਰਹਿੰਦੇ ਹੋਣ ਉੱਥੇ ਜ਼ਿੰਦਗੀ ਦੇ ਕੁਝ ਅਸੂਲ ਤਾਂ ਬਣਾਉਣੇ ਹੀ ਪੈਂਦੇ ਹਨ। ਮਿਸਾਲ ਦੇ ਤੌਰ ਤੇ ਸੜਕ ਤੇ ਤੁਰਨ ਦੀ ਗੱਲ ਹੀ ਲੈ ਲਈਏ ਤਾਂ ਭਾਰਤ ਵਿੱਚ ਤੇ ਏਸ਼ੀਆ ਦੇ ਕਈ ਹੋਰਨਾਂ ਦੇਸ਼ਾਂ ਵਿੱਚ ਸੜਕ ਤੇ ਖੱਬੇ ਪਾਸੇ ਤੁਰਨ ਦਾ ਰਿਵਾਜ ਹੈ, ਪਰ ਅਮਰੀਕਾ ਤੇ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਟ੍ਰੈਫਿਕ ਸੱਜੇ ਹੱਥ ਚੱਲਦੀ ਹੈ। ਇਸ ਵਿੱਚ ਕਿਹੜੀ ਟ੍ਰੈਫਿਕ ਗਲਤ ਹੈ ਤੇ ਕਿਹੜੀ ਠੀਕ? ਕਹਿੰਦੇ ਹਨ ਜੀਸਸ ਨੇ ਲਾਜ਼ਾਰਸ ਨਾਂ ਦੇ ਇੱਕ ਬੰਦੇ ਨੂੰ, ਜਿਸ ਨੂੰ ਮਰੇ ਨੂੰ 4 ਦਿਨ ਹੋ ਗਏ ਸਨ, ਜ਼ਿੰਦਾ ਕਰ ਦਿੱਤਾ ਸੀ। ਜੀਸਸ ਨੇ ਉਸ ਨੂੰ ਆਵਾਜ਼ ਮਾਰੀ ਤੇ ਉਹ ਕਬਰ ਵਿੱਚੋਂ ਬਾਹਰ ਆ ਗਿਆ। ਪਰ ਜਦੋਂ ਜੀਸਸ ਨੂੰ ਆਪ ਸਲੀਬ ਤੇ ਲਟਕਾਇਆ ਹੋਇਆ ਸੀ ਤਾਂ ਉਹਨਾਂ ਦੇ ਸੱਜੇ ਤੇ ਖੱਬੇ ਪਾਸੇ 2 ਚੋਰਾਂ ਨੂੰ ਵੀ ਸਲੀਬ ਦਿੱਤੀ ਹੋਈ ਸੀ। ਦੋਵੇਂ ਚੋਰ ਬਾਰ-ਬਾਰ ਜੀਸਸ ਨੂੰ ਕਹਿ ਰਹੇ ਸਨ ਕਿ ਮਹਾਰਾਜ ਹੁਣ ਕੁਝ ਕਰੋ, ਤੁਸੀਂ ਤਾਂ ਕਈਆਂ ਨੂੰ ਜਿੰਦਾ ਕੀਤਾ ਹੈ ਤੇ ਕਈਆਂ ਦੇ ਕੋੜ ਦੂਰ ਕੀਤੇ ਹਨ, ਹੁਣ ਕੁਝ ਕਿਉਂ ਨਹੀਂ ਕਰਦੇ? ਪਰ ਉਹ ਕੁਝ ਨਾ ਕਰ ਸਕੇ। ਇਸੇ ਤਰ੍ਹਾਂ ਹੀ ਦੰਤ ਕਥਾ ਹੈ ਕਿ ਮਲੂਕ ਦਾਸ ਨੇ ਵੀ ਆਪਣੇ ਇੱਕ ਚੇਲੇ ਨੂੰ ਜਿੰਦਾ ਕਰ ਦਿੱਤਾ ਸੀ। ਗੁਰੂ ਹਰਕ੍ਰਿਸ਼ਨ ਜੀ ਨੇ ਵੀ ਆਪਣੇ ਨਾਲ ਖੇਡਣ ਵਾਲੇ ਲੜਕੇ ਜੋ ਮਰ ਗਿਆ ਸੀ ਨੂੰ ਜਿੰਦਾ ਕਰ ਦਿੱਤਾ ਸੀ, ਪਰ ਆਪ ਉਹ ਚੇਚਕ ਦੀ ਬਿਮਾਰੀ ਨਾਲ ਸਵਰਗ ਸਿਧਾਰ ਗਏ ਸੀ। ਡਾਕਟਰਾਂ ਦੀ ਰਾਏ ਅਨੁਸਾਰ ਜੇ ਕਿਸੇ ਵਿਅਕਤੀ ਨੂੰ ਮਰੇ ਹੋਏ 5 ਮਿੰਟ ਹੋ ਗਏ ਹੋਣ ਤਾਂ ਉਸ ਨੂੰ ਜਿੰਦਾ ਕਰਨਾ ਬੇਕਾਰ ਹੈ, ਪਰ 4 ਦਿਨ ਦੇ ਮਰੇ ਹੋਏ ਬੰਦੇ ਦਾ ਤਾਂ ਸਰੀਰ ਵੀ ਗਲ ਸੜ ਚੁੱਕਾ ਹੁੰਦਾ ਹੈ। ਇਹਨਾਂ ਕਹਾਣੀਆਂ ਵਿੱਚ ਠੀਕ ਕੀ ਹੈ ਤੇ ਠੀਕ ਕੀ ਨਹੀਂ? ਅਮਰੀਕਾ ਵਿੱਚ ਲੋਕ 5 ਵਾਰ ਭੋਜਨ ਕਰਦੇ ਹਨ ਕਿਉਂਕਿ ਵਿਗਿਆਨੀਆਂ ਦਾ ਇਹ ਮੰਨਣਾ ਹੈ ਕਿ ਮਿਹਦੇ ਉੱਤੇ ਬਹੁਤਾ ਭਾਰ ਨਹੀਂ ਪੈਣਾ ਚਾਹੀਦਾ। ਵਿਗਿਆਨੀਆਂ ਨੇ ਇਹ ਵੀ ਤਜਰਬਾ ਕੀਤਾ ਹੈ ਕਿ ਅਫਰੀਕਾ ਵਿੱਚ ਲੋਕ ਸਿਰਫ ਇੱਕ ਵੇਲੇ ਹੀ ਖਾਂਦੇ ਹਨ, ਪਰ ਫਿਰ ਵੀ ਉਹਨਾਂ ਦੇ ਪੇਟ ਬਹੁਤ ਵੱਡੇ ਹਨ। ਜੈਨੀ ਵੀ ਇੱਕ ਵਾਰ ਖਾਂਦੇ ਹਨ, ਉਹਨਾਂ ਦੇ ਢਿੱਡ ਵੀ ਵੱਡੇ ਹਨ। ਹਿੰਦੁਸਤਾਨ ਦੇ ਲੋਕ 2 ਵਾਰ ਰੋਟੀ ਖਾਂਦੇ ਹਨ ਤੇ ਉਹਨਾਂ ਦੇ ਢਿੱਡ ਵੀ ਆਮ ਤੌਰ ਤੇ ਵੱਡੇ ਹਨ। ਵਿਗਿਆਨੀ ਕਹਿੰਦੇ ਹਨ ਕਿ ਘਿਓ ਖਾਣਾ ਚੰਗਾ ਨਹੀਂ ਕਿਉਂਕਿ ਥੰਧਿਆਈ ਨਾੜਾਂ ਵਿੱਚ ਜੰਮ ਜਾਂਦੀ ਹੈ ਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ। ਪਰ ਨਾਲ ਹੀ ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਦਿਮਾਗ ਦੀਆਂ ਨਾੜਾਂ ਨੂੰ ਮਜ਼ਬੂਤ ਰੱਖਣ ਲਈ ਘਿਓ ਖਾਣਾ ਵੀ ਜ਼ਰੂਰੀ ਹੈ। ਨਹੀਂ ਤਾਂ ਇਸ ਤਰ੍ਹਾਂ ਹੋਵੇਗਾ ਜਿਵੇਂ ਖੇਤਾਂ ਦੀ ਸਿੰਚਾਈ ਕਰਨ ਵਾਲੀ ਆੜ ਦੇ ਨਾਲ ਮਿੱਟੀ ਨਾ ਲਾਈ ਜਾਵੇ ਤਾਂ ਆੜ ਵਿੱਚ ਚੱਲਣ ਵਾਲੇ ਪਾਣੀ ਦੇ ਦਬਾਅ ਨਾਲ ਆੜ ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਹੀ ਨਾੜਾਂ ਦੇ ਨਾਲ ਇੱਕ ਖਾਸ ਤਰ੍ਹਾਂ ਦਾ ਪਦਾਰਥ ਨਾ ਲੱਗਾ ਹੋਵੇ ਜੋ ਘਿਓ ਖਾਣ ਤੋਂ ਤਿਆਰ ਹੁੰਦਾ ਹੈ ਤਾਂ ਦਿਮਾਗ ਦੀ ਕੋਈ ਨਾੜੀ ਫਟ ਵੀ ਸਕਦੀ ਹੈ, ਜਿਸ ਨੂੰ ਬ੍ਰੇਨ ਹੈਮਰੇਜ ਕਹਿੰਦੇ ਹਨ। ਹੁਣ ਠੀਕ ਕੀ ਹੈ ਤੇ ਗਲਤ ਕੀ ਹੈ? ਦੁਨੀਆ ਦੇ ਹਰ ਮੁਲਕ ਤੇ ਹਰ ਸਮਾਜ ਵਿੱਚ ਬਹਾਦਰੀ ਨੂੰ ਹੀ ਵਧੀਆ ਮੰਨਿਆ ਗਿਆ ਹੈ ਤੇ ਰਣ ਵਿੱਚ ਭੱਜਣ ਵਾਲੇ ਨੂੰ ਪਾਜੀ ਤੇ ਹੋਰ ਪਤਾ ਨਹੀਂ ਕੀ ਆਖਿਆ ਜਾਂਦਾ ਹੈ। ਕਹਿੰਦੇ ਹਨ ਇੱਕ ਵਾਰ ਕਿਸੇ ਮੁਸਲਮਾਨ ਫੌਜੀ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਪੁੱਛਿਆ, ਹਜ਼ੂਰ ਤੁਸਾਂ ਪਿੱਠ ਤੇ ਜ਼ਰਾ ਬਕਰਤ ਕਿਉਂ ਨਹੀਂ ਪਾਇਆ? ਤਾਂ ਉਹਨਾਂ ਨੇ ਜਵਾਬ ਦਿੱਤਾ, ਪਿੱਠ ਦਾ ਬਚਾਅ ਕਰਨ ਲਈ ਪਿੱਠ ਤੇ ਢਾਲ ਤਾਂ ਉਹ ਬੰਨਣ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚੋਂ ਭੱਜਣਾ ਹੋਵੇ, ਤਾਂ ਕਿ ਭੱਜੇ ਜਾਂਦੇ ਮਗਰ ਕੋਈ ਵਾਰ ਨਾ ਕਰ ਦੇਵੇ। ਮੈਂ ਕੋਈ ਮੈਦਾਨੇ ਜੰਗ ਵਿੱਚੋਂ ਭੱਜਣਾ ਹੈ ਜਿਹੜਾ ਜ਼ਰਾ ਬਕਰਤ ਪਾਵਾਂ?
ਪਰ ਦੂਜੇ ਪਾਸੇ ਕ੍ਰਿਸ਼ਨ ਜੀ ਮੈਦਾਨੇ ਜੰਗ ਵਿੱਚੋਂ ਭੱਜ ਗਏ ਸਨ। ਜਿੱਥੇ ਉਹਨਾਂ ਦੇ ਹੋਰ ਕਈ ਨਾਂ ਹਨ, ਉੱਥੇ ਰਣ ਛੱਡ ਕੇ ਭੱਜ ਜਾਣ ਕਰਕੇ ਉਹਨਾਂ ਦਾ ਨਾਂ ਰਣਛੋੜ ਦਾਸ ਜੀ ਵੀ ਹੈ। ਮੱਧ ਪ੍ਰਦੇਸ਼ ਵਿੱਚ ਰਣਛੋੜ ਦਾਸ ਜੀ ਦੇ ਕਈ ਮੰਦਰ ਮੈਂ ਆਪ ਵੇਖੇ ਹਨ। ਇਸ ਤਰ੍ਹਾਂ ਦੁਨੀਆ ਦੇ ਲਗਭਗ 300 ਧਰਮ ਹਨ ਤੇ ਅੱਗੋਂ ਉਹਨਾਂ ਦੀਆਂ 3000 ਸੰਪਰਦਾਵਾਂ ਹਨ। ਇਸ ਤਰ੍ਹਾਂ ਔਸਤ ਇੱਕ ਧਰਮ ਦੀਆਂ 10 ਸੰਪਰਦਾਵਾਂ ਬਣਦੀਆਂ ਹਨ, ਪਰ ਸਿੱਖ ਧਰਮ ਦੀਆਂ 10 ਤੋਂ ਵੀ ਬਹੁਤ ਵੱਧ ਹਨ। ਹੈਰਾਨੀ ਦੀ ਗੱਲ ਇਹ ਹੈ, ਕੋਈ ਵੀ ਧਰਮ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ। ਇਸ ਤਰ੍ਹਾਂ ਇੱਕ ਧਰਮ ਦੇ ਮੁਕਾਬਲੇ 299 ਧਰਮ ਖਲੋ ਜਾਂਦੇ ਹਨ। ਦੂਜੇ ਪਾਸੇ ਚਾਰਵਾਕ ਕਹਿੰਦੇ ਹਨ, ਸ੍ਰਿਸ਼ਟੀ ਵਿਗਿਆਨਕ ਆਧਾਰ ਤੇ ਬਣੀ ਹੈ ਤੇ ਇਸ ਨੂੰ ਬਣਾਉਣ ਵਾਲਾ ਕੋਈ ਨਹੀਂ। ਜੇ ਕੋਈ ਬਣਾਉਣ ਵਾਲਾ ਹੋਵੇ ਤਾਂ ਫਿਰ ਬਣਾਉਣ ਵਾਲੇ ਨੂੰ ਵੀ ਕੋਈ ਬਣਾਉਣ ਵਾਲਾ ਚਾਹੀਦਾ ਹੈ। ਹਜ਼ਾਰਾਂ ਸਾਲਾਂ ਤੋਂ ਬੰਦਾ ਸੋਚਦਾ ਆ ਰਿਹਾ ਹੈ, ਪਰ ਪਰਮਾਤਮਾ ਦੇ ਹੋਣ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਛੋਟੇ ਬੱਚਿਆਂ, ਆਦਿਵਾਸੀਆਂ ਤੇ ਪੇਂਡੂਆਂ ਨੂੰ ਤਾਂ ਝੂਠ ਸੱਚ ਦੱਸ ਕੇ ਕਾਇਲ ਕੀਤਾ ਜਾ ਸਕਦਾ ਹੈ, ਪਰ ਜਾਗਰੂਕ ਤੇ ਪੜ੍ਹੇ ਲਿਖੇ ਲੋਕਾਂ ਨੂੰ ਨਹੀਂ। ਆਮ ਤੌਰ ਤੇ ਆਪਣੇ ਆਪ ਨੂੰ ਗਿਆਨੀ ਸਮਝਣ ਵਾਲੇ ਲੋਕ ਵੀ ਇਹ ਭੇਦ ਸਮਝਾ ਨਹੀਂ ਸਕਦੇ। ਜਾਂ ਤਾਂ ਉਹ ਦੂਸਰੇ ਨਾਲ ਲੜ ਪੈਂਦੇ ਹਨ ਜਾਂ ਆਪਣੀ ਗੱਲ ਨੂੰ ਆਪ ਹੀ ਕੱਟ ਦਿੰਦੇ ਹਨ। ਕਹਿਣਗੇ ਘੁਮਿਆਰ ਤੋਂ ਬਿਨਾਂ ਘੜਾ ਕਿਵੇਂ ਬਣ ਸਕਦਾ ਹੈ। 8 ਸਾਲ ਦਾ ਬੱਚਾ ਵੀ ਅੱਗੋਂ ਪੁੱਛ ਬੈਠਦਾ ਹੈ ਕਿ ਜੇ ਰੱਬ ਨੂੰ ਬਣਾਉਣ ਵਾਲੇ ਤੋਂ ਬਿਨਾਂ ਰੱਬ ਬਣ ਸਕਦਾ ਹੈ ਤਾਂ ਫਿਰ ਘੁਮਿਆਰ ਤੋਂ ਬਿਨਾਂ ਘੜਾ ਕਿਉਂ ਨਹੀਂ ਬਣ ਸਕਦਾ। ਬਸ ਇੰਨੀ ਗੱਲ ਤੋਂ ਹੀ ਨਿਰ ਉੱਤਰ ਹੋ ਕੇ ਗਿਆਨੀ ਤੇ ਸੰਤ ਅਖਵਾਉਣ ਵਾਲੇ ਲੋਕ ਅੱਗ ਬਬੂਲਾ ਹੋ ਜਾਂਦੇ ਹਨ। ਕਹਿੰਦੇ ਹਨ, ਇੱਕ ਵਾਰ ਇੱਕ ਪਿੰਡ ਵਿੱਚ ਇੱਕ ਛੋਟਾ ਬੱਚਾ ਆਪਣੇ ਗਵਾਂਢੀਆਂ ਦੇ ਘਰੋਂ ਦੀਵਾ ਜਗਾ ਕੇ ਆਪਣੇ ਘਰ ਆ ਰਿਹਾ ਸੀ ਕਿ ਉਹਨੂੰ ਇੱਕ ਵਿਦਵਾਨ ਗਿਆਨੀ ਮਿਲਿਆ। ਜਿਵੇਂ ਕਿ ਇਹੋ ਜਿਹੇ ਗਿਆਨੀਆਂ ਨੂੰ ਪੰਗੇ ਲੈਣ ਦੀ ਆਦਤ ਹੁੰਦੀ ਹੈ। ਉਸ ਨੇ ਬੱਚੇ ਨੂੰ ਪੁੱਛਿਆ, ਬੇਟਾ ਤੂੰ ਦੱਸ ਸਕਦਾ ਹੈ ਕਿ ਇਸ ਦੀਵੇ ਵਿੱਚ ਲੋ ਕਿੱਥੋਂ ਆਈ? ਬੱਚੇ ਨੇ ਫੂਕ ਮਾਰ ਕੇ ਦੀਵਾ ਬੁਝਾ ਦਿੱਤਾ ਤੇ ਉਲਟਾ ਸਵਾਲ ਕਰਦਿਆਂ ਕਿਹਾ, ਗਿਆਨੀ ਜੀ ਤੁਸੀਂ ਦੱਸ ਸਕਦੇ ਹੋ ਕਿ ਦੀਵੇ ਦੀ ਲੋ ਹੁਣ ਕਿੱਥੇ ਗਈ? ਅਸਲ ਵਿੱਚ ਇਸ ਤੇ ਬਿਲਕੁਲ ਢੁਕਵਾਂ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਹੈ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਦੁਨੀਆ ਦੇ ਕਿਸੇ ਦੇਸ਼ ਵਿੱਚ ਵੀ ਧਨ ਤੇ ਲਿੰਗ ਦੀ ਪੂਜਾ ਨਹੀਂ ਹੁੰਦੀ। ਧਨ ਸਿਰਫ ਜ਼ਰੂਰਤ ਦੀਆਂ ਚੀਜ਼ਾਂ ਖਰੀਦਣ ਲਈ ਸਾਧਨ ਮਾਤਰ ਹੀ ਹੈ, ਪਰ ਭਾਰਤ ਵਿੱਚ ਇਸ ਦੀ ਪੂਜਾ ਹੁੰਦੀ ਹੈ ਤੇ ਇਸ ਨੂੰ ਲక్ష్ਮੀ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਲਿੰਗ ਨੂੰ ਵੀ ਸ਼ਿਵ ਜੀ ਦੇ ਅਸਲੀ ਲਿੰਗ ਵਾਂਗ ਪੂਜਿਆ ਜਾਂਦਾ। ਹਰ ਮੁਕਲਾਵੇ ਆਈ ਹਿੰਦੂ ਕੁੜੀ ਲਈ ਪਹਿਲਾਂ ਸ਼ਿਵ ਜੀ ਦੇ ਮੰਦਰ ਜਾ ਕੇ ਲਿੰਗ ਪੂਜਾ ਕਰਨੀ ਜ਼ਰੂਰੀ ਸਮਝੀ ਜਾਂਦੀ। ਸਾਰੀ ਦੁਨੀਆ ਵਿੱਚ ਇਹਨਾਂ ਦੋਹਾਂ ਦਾ ਪੂਜਿਆ ਜਾਣਾ ਬੜੀ ਅਚੰਭੇ ਵਾਲੀ ਗੱਲ ਹੈ। ਜੈਨੀ ਪਰਿਊਸ਼ਨ ਪਰਵ ਦੇ ਦਿਨਾਂ ਵਿੱਚ ਕੋਈ ਵੀ ਹਰੀ ਸਬਜ਼ੀ ਨਹੀਂ ਖਾਂਦੇ, ਪਰ ਜੇ ਉਹ ਹੀ ਹਰੀ ਸਬਜ਼ੀ ਪੱਕ ਕੇ ਪੀਲੀ ਹੋ ਚੁੱਕੀ ਹੋਵੇ ਤਾਂ ਖਾ ਲੈਂਦੇ ਹਨ। ਵੀਅਤਨਾਮ ਵਿੱਚ ਸੱਪ ਦਾ ਲਹੂ ਸ਼ਰਾਬ ਵਿੱਚ ਪਾ ਕੇ ਪੀਤਾ ਜਾਂਦਾ ਹੈ ਤੇ ਖਿਆਲ ਕੀਤਾ ਜਾਂਦਾ ਹੈ ਕਿ ਇਸ ਨਾਲ ਕਾਮ ਸ਼ਕਤੀ ਵੱਧਦੀ ਹੈ। ਗਾਹਕ ਦੀਆਂ ਅੱਖਾਂ ਸਾਹਮਣੇ ਹੀ ਜੀਂਦੇ ਸੱਪ ਨੂੰ ਕੱਟ ਕੇ ਉਸ ਦਾ ਲਹੂ ਸ਼ਰਾਬ ਦੇ ਗਲਾਸ ਵਿੱਚ ਨਿਚੋੜਿਆ ਜਾਂਦਾ ਹੈ ਤੇ ਉਸ ਨੂੰ ਪੀਣ ਲਈ ਦਿੱਤਾ ਜਾਂਦਾ ਹੈ। ਮੇਰਾ ਇਹ ਵੇਖ ਕੇ ਜੀ ਖਰਾਬ ਹੋ ਗਿਆ ਸੀ ਤੇ ਮੈਨੂੰ ਉਸੇ ਵੇਲੇ ਹੀ ਉਲਟੀ ਆ ਗਈ ਸੀ, ਪਰ ਕਈ ਲੋਕ ਇਸ ਨੂੰ ਬੜੇ ਸਵਾਦ ਨਾਲ ਪੀ ਰਹੇ ਸਨ। ਇਸੇ ਤਰ੍ਹਾਂ ਹੀ ਥਾਈਲੈਂਡ ਵਿੱਚ ਸੇਵੀਆਂ ਵਰਗੇ ਗੰਡੋਏ ਉਬਾਲ ਕੇ ਖਾਧੇ ਜਾਂਦੇ ਹਨ ਤੇ ਹਰ ਤਰ੍ਹਾਂ ਦਾ ਕੀਟ ਪਤੰਗਾ ਮਕਈ ਦੇ ਦਾਣਿਆਂ ਵਾਂਗ ਭੁੰਨ ਕੇ ਜੇਬ ਵਿੱਚ ਪਾ ਲਿਆ ਜਾਂਦਾ ਹੈ ਤੇ ਡਰਾਈ ਫਰੂਟ ਵਾਂਗ ਜੇਬ ਵਿੱਚੋਂ ਕੱਢ ਕੇ ਖਾਧਾ ਜਾਂਦਾ ਹੈ। ਜੋ ਖਾਣ ਗਿੱਝੇ ਹੋਏ ਹਨ ਉਹਨਾਂ ਨੂੰ ਚੰਗਾ ਲੱਗਦਾ ਹੈ, ਪਰ ਦੂਜਿਆਂ ਨੂੰ ਵੇਖ ਕੇ ਘਿਰਣਾ ਹੁੰਦੀ ਹੈ। ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਸੱਪ ਦਾ ਮਾਸ ਸਵਾਦ ਨਾਲ ਖਾਧਾ ਜਾਂਦਾ ਹੈ। ਚੀਨ ਵਿੱਚ ਡੱਡੂ, ਚੂਹੇ ਤੇ ਸੱਪ ਆਮ ਖਾਧੇ ਜਾਂਦੇ ਹਨ। ਉੱਥੇ ਵਿਚਾਰ ਹੈ ਕਿ ਜਿਸ ਚੀਜ਼ ਦੀ ਪਿੱਠ ਅਸਮਾਨ ਵੱਲ ਨੂੰ ਹੋਵੇ ਉਹ ਖਾਣ ਦੇ ਯੋਗ ਹੈ ਤੇ ਜੋ ਸਿੱਧਾ ਖਲੋਂਦਾ ਹੋਵੇ ਉਹ ਚੀਜ਼ ਖਾਣ ਦੇ ਕਾਬਿਲ ਨਹੀਂ। ਜਿਵੇਂ ਬੰਦਾ ਸਿੱਧਾ ਖਲੋਂਦਾ ਹੈ ਇਸ ਲਈ ਖਾਣ ਦੇ ਕਾਬਿਲ ਨਹੀਂ। ਹਿੰਦੂ ਧਰਮ ਵਿੱਚ ਜੇ ਕੋਈ ਮਰ ਜਾਵੇ ਤਾਂ ਉਸ ਨੂੰ ਸਾੜਿਆ ਜਾਂਦਾ ਹੈ, ਪਰ ਕਈਆਂ ਮੁਲਕਾਂ ਵਿੱਚ ਮੁਰਦੇ ਨੂੰ ਦੱਬਿਆ ਜਾਂਦਾ ਹੈ, ਕਈਆਂ ਨੂੰ ਸਮੁੰਦਰ ਵਿੱਚ ਰੋੜਿਆ ਜਾਂਦਾ ਹੈ, ਪਰ ਪਾਰਸੀ ਗਿਰਜਾਂ ਨੂੰ ਖਵਾ ਦਿੰਦੇ ਹਨ। ਭਾਰਤ ਵਿੱਚ ਹਿੰਦੂ ਮਰੇ ਦਾ ਭੋਗ ਚੌਥੇ ਦਿਨ ਹੀ ਪਾ ਦਿੰਦੇ ਹਨ, ਸਿੱਖ 10 ਦਿਨਾਂ ਬਾਅਦ ਜਾਂ 17 ਦਿਨਾਂ ਬਾਅਦ, ਤੇ ਕਈ ਦੇਸ਼ਾਂ ਵਿੱਚ ਖਾਸ ਕਰ ਜਿਹੜੇ ਚੀਨ ਦੇ ਲਾਗੇ ਛਾਗੇ ਦੇ ਹਨ
ਉੱਥੇ ਮਰਨ ਵਾਲੇ ਦੇ ਰਿਸ਼ਤੇਦਾਰਾਂ ਦੀ ਕਮੀਜ਼ ਦੀ ਬਾਂਹ ਤੇ ਕਾਲੇ ਰੰਗ ਦੀ ਪੱਟੀ ਬੰਨ੍ਹ ਦਿੰਦੇ ਹਨ ਤੇ ਉਹ 3 ਸਾਲ ਤੱਕ ਸੋਗ ਮਨਾਉਂਦੇ ਰਹਿੰਦੇ ਹਨ। ਨਾ ਉਹ ਇੰਨੇ ਸਮੇਂ ਵਿੱਚ ਕਿਸੇ ਨੂੰ ਮਿਲਦੇ ਹਨ ਤੇ ਨਾ ਹੀ ਕਿਸੇ ਤਿਉਹਾਰ ਵਿੱਚ ਹੀ ਹਿੱਸਾ ਲੈਂਦੇ ਹਨ। ਇਸ ਵਿੱਚ ਕਿਹੜੀ ਗੱਲ ਠੀਕ ਹੈ ਤੇ ਕਿਹੜੀ ਗਲਤ, ਛਾਤੀ ਠੋਕ ਕੇ ਕੌਣ ਕਹਿ ਸਕਦਾ ਹੈ। ਇੱਕ ਪਾਸੇ ਕ੍ਰਿਸ਼ਨ ਹੈ ਜੋ ਕਹਿੰਦਾ ਹੈ ਨਾ ਕੋਈ ਜੰਮਦਾ ਹੈ ਨਾ ਮਰਦਾ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜੰਗ ਨੂੰ ਉਤਸ਼ਾਹਿਤ ਕਰਦਾ ਹੈ। ਦੂਜੇ ਪਾਸੇ ਜੈਨੀਆਂ ਦੇ ਮਹਾਵੀਰ ਹਨ ਜੋ ਕਹਿੰਦੇ ਹਨ ਕੀੜੀ ਵੀ ਮਰ ਜਾਵੇ ਤਾਂ ਨਰਕ ਜਾਣਾ ਪੈਂਦਾ ਹੈ। ਮਹਾਤਮਾ ਬੁੱਧ ਕਹਿੰਦੇ ਹਨ ਨਾ ਆਤਮਾ ਹੈ ਨਾ ਪਰਮਾਤਮਾ ਹੈ, ਬਸ ਇਹ ਮੁਫਤ ਤੇ ਬੇਕਾਰ ਦਾ ਜੀਵਨ ਹੈ। ਪਰ ਫਿਰ ਵੀ ਕਿਸੇ ਨੂੰ ਦੁਖੀ ਨਾ ਕਰੋ, ਕਿਉਂਕਿ ਆਖਰ ਤੁਹਾਡਾ ਤੇ ਜਿਸ ਨੂੰ ਤੁਸੀਂ ਤੰਗ ਕਰ ਰਹੇ ਹੋ ਉਸ ਦਾ ਵੀ ਅੰਤ ਤਾਂ ਹੋਣਾ ਹੀ ਹੈ। ਜੀਸਸ ਬੜੇ ਦਾਅਵੇ ਨਾਲ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਸਨ ਤੇ ਕਹਿੰਦੇ ਸਨ, ਵੇਖ ਲਿਓ ਮੈਂ ਸਵਰਗ ਵਿੱਚ ਰੱਬ ਦੇ ਬਰਾਬਰ ਸੱਜੇ ਹੱਥ ਬੈਠਾ ਹੋਵਾਂਗਾ। ਸਿੱਖ ਧਰਮ ਵਿੱਚ ਵਾਲ ਰੱਖਣੇ ਸਿੱਖ ਹੋਣ ਦੀ ਪਹਿਲੀ ਤੇ ਮੁੱਢਲੀ ਸ਼ਰਤ ਹੈ, ਪਰ ਬਾਕੀ ਸਾਰੀ ਦੁਨੀਆ ਵਿੱਚ ਵਾਲ ਰੱਖਣੇ ਕੋਈ ਜ਼ਰੂਰੀ ਨਹੀਂ। ਨਾ ਹੀ ਕਿਸੇ ਧਰਮ ਦੀ ਇਹ ਕੋਈ ਧਾਰਮਿਕ ਸ਼ਰਤ ਹੀ ਹੈ। ਕਿਸੇ ਧਾਰਮਿਕ ਵਿਅਕਤੀ ਦੇ ਪ੍ਰਵਚਨ ਸੁਣ ਕੇ ਕਈਆਂ ਨੂੰ ਨੀਂਦ ਆ ਜਾਂਦੀ ਹੈ ਤੇ ਉਹ ਸਮਝਦੇ ਹਨ ਕਿ ਪ੍ਰਵਚਨ ਉਬਾਊ ਹੋਣ ਕਰਕੇ ਨੀਂਦ ਆਈ। ਸਿੱਖ ਕਹਿੰਦੇ ਹਨ ਗੁਰਬਾਣੀ ਦੇ ਪ੍ਰਵਚਨ ਸੁਣਨੇ ਫੁੱਲਾਂ ਦੀ ਸੇਜ ਬਰਾਬਰ ਹੈ, ਇਸ ਲਈ ਨੀਂਦ ਆ ਜਾਂਦੀ ਹੈ। ਪਰ ਵਿਗਿਆਨੀ ਕਹਿੰਦੇ ਹਨ ਕਿ 100% ਦੀ ਗੱਲ ਇਹ ਹੈ ਕਿ ਜਦੋਂ ਦਿਮਾਗ ਕੋਈ ਗੱਲ ਸੁਣ ਕੇ ਅੱਕ ਜਾਵੇ ਤਾਂ ਉਸ ਨੂੰ ਸਮਝ ਨਾ ਆਉਂਦੀ ਹੋਵੇ ਤਾਂ ਦਿਮਾਗ ਵਿੱਚ ਇੱਕ ਐਸਾ ਪੁਰਜਾ ਲੱਗਾ ਹੁੰਦਾ ਜਿਹੜਾ ਬੰਦੇ ਨੂੰ ਨੀਂਦ ਦੀ ਅਵਸਥਾ ਵਿੱਚ ਲੈ ਜਾਂਦਾ ਹੈ। ਇਹੋ ਹੀ ਕਾਰਨ ਹੈ ਕਿ ਬੰਦਾ ਮਨਪਸੰਦ ਪ੍ਰੋਗਰਾਮ ਵੇਖ ਰਿਹਾ ਹੋਵੇ ਤਾਂ ਨੀਂਦ ਨਹੀਂ ਆਉਂਦੀ, ਪਰ ਭਾਰੀ ਭਰਕਮ ਪ੍ਰਵਚਨ ਸੁਣਨ ਨਾਲ ਆ ਜਾਂਦੀ ਹੈ। ਕਈ ਧਰਮ ਸੰਗੀਤ ਨੂੰ ਰੂਹ ਦੀ ਖੁਰਾਕ ਸਮਝਦੇ ਹਨ। ਸਿੱਖ ਅੱਜ ਕੱਲ੍ਹ ਪੂਰੀ ਤਰ੍ਹਾਂ ਇਸ ਤੇ ਅਮਲ ਕਰ ਰਹੇ ਹਨ। ਉਹਨਾਂ ਦੀ ਖਿਆਲ ਵਿੱਚ ਸੰਗੀਤ 'ਚ ਕੀਰਤਨ ਕਰਨ ਨਾਲ ਮੁਕਤੀ ਤੇ ਸਵਰਗ ਤੱਕ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਮੁਸਲਮਾਨਾਂ ਵਿੱਚ ਸੰਗੀਤ ਦੀ ਬੜੀ ਵੱਡੀ ਮਨਾਹੀ ਹੈ, ਖਾਸ ਕਰ ਧਰਮ ਵਿੱਚ। ਮੁਸਲਮਾਨ ਬਸ ਨਮਾਜ਼ ਹੀ ਪੜ੍ਹਦੇ ਹਨ ਤੇ ਸਜਦਾ ਕਰਦੇ ਹਨ, ਗਾਉਣ ਵਜਾਉਣ ਨਹੀਂ ਬਹਿ ਜਾਂਦੇ। ਔਰੰਗਜ਼ੇਬ ਬਾਦਸ਼ਾਹ ਨੇ ਬੜੀ ਸਖਤੀ ਨਾਲ ਸੰਗੀਤ ਤੇ ਪਾਬੰਦੀ ਲਾਈ ਹੋਈ ਸੀ। ਕਈ ਦੇਸ਼ਾਂ ਦੇ ਲੋਕ ਗਾਉਣ ਨੂੰ ਤਾਂ ਪਸੰਦ ਕਰਦੇ ਹਨ, ਪਰ ਧਰਮ ਵਿੱਚ ਸੰਗੀਤ ਦੀ ਧੁਨ ਨਾਲ ਗਾਉਣਾ ਲੱਚਰ ਸਮਝਦੇ ਹਨ। ਰੋਮਾਨੀਆ ਤੇ ਉਸਦੇ ਗੁਆਂਢੀ ਦੇਸ਼ ਇਸ ਅਸੂਲ ਤੇ ਸਖਤੀ ਨਾਲ ਅਮਲ ਕਰਦੇ ਹਨ, ਪਰ ਉਸ ਤਰ੍ਹਾਂ ਰੋਮਾਨੀਆ ਦੇ ਲੋਕ ਬੜੇ ਗਾਉਣ ਵਜਾਉਣ ਵਾਲੇ ਹਨ। ਭਾਰਤ ਵਿੱਚ ਨਾਗਾਲੈਂਡ ਵਾਲੇ ਤੇ ਹੋਰ ਕਈ ਕਬੀਲੇ ਤੇ ਉਧਰ ਦੱਖਣੀ ਅਫਰੀਕਾ ਦੇ ਕਈ ਦੇਸ਼ ਬਿਨਾਂ ਜਾਂ ਘੱਟ ਕੱਪੜਿਆਂ ਵਿੱਚ ਹੀ ਰਹਿੰਦੇ ਹਨ, ਪਰ ਪੱਛਮੀ ਦੇਸ਼ ਆਪਣਾ ਸਾਰਾ ਜ਼ੋਰ ਲੀੜੇ ਕੱਪੜੇ ਉੱਤੇ ਹੀ ਲਾਉਂਦੇ ਹਨ। ਕੱਪੜਿਆਂ ਤੋਂ ਬਿਨਾਂ ਮਨੁੱਖ ਨੂੰ ਅਧੂਰਾ ਸਮਝਦੇ ਹਨ। ਕਈ ਲੋਕ ਟੈਲੀਵਿਜ਼ਨ ਨੂੰ ਬੱਚਿਆਂ ਦੀ ਪੜ੍ਹਾਈ ਲਈ ਬੜਾ ਹਾਨੀਕਾਰਕ ਤੇ ਕਈ ਬੜਾ ਗਿਆਨਵਰਧਕ ਸਮਝਦੇ ਹਨ। ਮੁਸਲਮਾਨਾਂ ਦੇ ਕੁਰਾਨ ਸ਼ਰੀਫ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜਦੋਂ ਬੱਚਾ 10 ਸਾਲਾਂ ਦਾ ਹੋ ਜਾਵੇ ਤਾਂ ਉਸ ਨੂੰ ਮਾਰ ਕੇ ਕੁਰਾਨ ਸ਼ਰੀਫ ਪੜ੍ਹਾਓ ਜੇ ਉਹ ਨਹੀਂ ਪੜ੍ਹਦਾ। ਪਰ ਪੱਛਮੀ ਦੇਸ਼ਾਂ ਵਿੱਚ ਜੇ ਕੋਈ ਮਾਂ ਪਿਓ ਜਾਂ ਮਾਸਟਰ ਬੱਚੇ ਨੂੰ ਮਾਰੇ ਤਾਂ ਪੁਲਿਸ ਫੜ ਕੇ ਲੈ ਜਾਂਦੀ। ਪਹਿਲਾਂ ਬੱਚੇ ਦੇ ਚਿੱਤੜ ਤੇ ਪੋਲਾ ਜਾਂ ਧੱਫਾ ਮਾਰਿਆ ਜਾ ਸਕਦਾ ਸੀ, ਪਰ ਹੁਣ ਅਮਰੀਕਾ ਦੀ ਸੁਪਰੀਮ ਕੋਰਟ ਨੇ ਉਂਗਲੀ ਤੱਕ ਲਾਉਣੀ ਵੀ ਬੱਚੇ ਤੇ ਤਸ਼ੱਦਦ ਕਰਾਰ ਦਿੱਤਾ ਹੈ। ਕਈ ਕਹਿੰਦੇ ਹਨ ਕਲਯੁੱਗ ਆ ਗਿਆ, ਇਸ ਨਾਲੋਂ ਪਹਿਲਾ ਜ਼ਮਾਨਾ ਚੰਗਾ ਸੀ, ਪਰ ਕਈ ਕਹਿੰਦੇ ਹਨ ਕਿ ਪਹਿਲਾ ਜ਼ਮਾਨਾ ਜਹਾਲਤ ਦਾ ਸੀ। ਵਿਗਿਆਨ ਦੀ ਹੁਣ ਤੱਕ ਕੀਤੀ ਤਰੱਕੀ ਨੇ ਮਨੁੱਖ ਨੂੰ ਦੁਨੀਆ ਵਿੱਚ ਰਹਿਣ ਦੇ ਕਾਬਲ ਬਣਾ ਦਿੱਤਾ ਹੈ, ਨਹੀਂ ਤਾਂ ਬੰਦਾ ਬਾਂਦਰ ਤੋਂ ਵੱਧ ਕੁਝ ਨਹੀਂ ਸੀ। ਵਿਗਿਆਨ ਨੇ ਹੀ ਮਨੁੱਖ ਨੂੰ ਖੁੰਦਰਾਂ ਵਿੱਚੋਂ ਕੱਢ ਕੇ ਚੰਦਰਮਾ ਤੇ ਪਹੁੰਚਾਇਆ ਹੈ। ਭਗਤ ਕਬੀਰ ਜੀ ਕਿਸੇ ਕੋਲੋਂ ਕੋਈ ਤੋਹਫਾ ਨਹੀਂ ਸਨ ਲੈਂਦੇ, ਪਰ ਉਹਨਾਂ ਦਾ ਪੁੱਤ ਕਮਾਲਾ ਕਿਸੇ ਦਾ ਖੁਸ਼ੀ ਨਾਲ ਦਿੱਤਾ ਹੋਇਆ ਤੋਹਫਾ ਕਬੂਲ ਕਰ ਲੈਂਦੇ ਸਨ। ਉਹ ਆਪਣੇ ਪਿਤਾ ਤੇ ਵਿਅੰਗ ਕਰਦੇ ਸਨ ਕਿ ਜਦੋਂ ਤਾਂ ਘਰ ਪ੍ਰਾਹੁਣਾ ਆ ਜਾਵੇ ਤਾਂ ਇਹ ਉਸ ਦੀ ਸੇਵਾ ਕਰਨ ਲਈ ਆਪਣੀ ਪਤਨੀ ਤੱਕ ਨੂੰ ਵੀ ਮਜਬੂਰ ਕਰਦੇ ਹਨ, ਪਰ ਜੇ ਕੋਈ ਪ੍ਰੇਮ ਨਾਲ ਕੋਈ ਚੀਜ਼ ਦੇਵੇ ਤਾਂ ਲੈਂਦੇ ਨਹੀਂ। ਜਦੋਂ ਕਬੀਰ ਜੀ ਆਪਣਾ ਬੁਣਿਆ ਹੋਇਆ ਕੱਪੜਾ ਲੈ ਕੇ ਬਾਜ਼ਾਰ ਵੇਚਣ ਜਾਂਦੇ ਤਾਂ ਕਹਿੰਦੇ ਰਾਮ ਜੀ ਲੈ ਲਓ, ਇਹ ਬਹੁਤ ਵਧੀਆ ਕੱਪੜਾ ਹੈ, ਮੈਂ ਬੜੀ ਪ੍ਰੀਤ ਨਾਲ ਬੁਣਿਆ ਹੈ। ਪਰ ਕਮਾਲਾ ਇਸ ਗੱਲ ਨੂੰ ਕੋਰੀ ਵਪਾਰਕ ਰੁਚੀ ਕਹਿੰਦਾ ਸੀ। ਉਹ ਕਹਿੰਦਾ ਸੀ ਸਾਰਾ ਕੱਪੜਾ ਬੁਣਨ ਵਾਲੇ ਰੋਟੀ ਦੀ ਖਾਤਰ ਕੱਪੜਾ ਬੁਣਦੇ ਹਨ, ਪ੍ਰੀਤ ਕਾਦੀ ਕਹਿੰਦੇ ਹਨ। ਇੱਕ ਵਾਰ ਕੋਈ ਕਮਾਲੇ ਨੂੰ ਪਰਖਣ ਵਾਸਤੇ ਕਿ ਇਹ ਸੱਚਮੁੱਚ ਦਾ ਸੰਤ ਹੈ ਕਿ ਪਖੰਡੀ ਉਹਨਾਂ ਕੋਲ ਆਇਆ
ਤੇ ਉਸ ਨੂੰ ਇੱਕ ਕੀਮਤੀ ਹੀਰਾ ਭੇਂਟ ਕੀਤਾ। ਕਮਾਲਾ ਇਹੋ ਜਿਹੇ ਤੋਹਫਿਆਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਸਨ ਰੱਖਦੇ। ਹਾਂ, ਜੇ ਕੋਈ ਖਾਣ ਜਾਂ ਪੀਣ ਵਾਲੀ ਚੀਜ਼ ਲਿਆਉਂਦਾ ਤਾਂ ਉਹ ਬੈਠੇ ਬਾਕੀ ਲੋਕਾਂ ਵਿੱਚ ਵੰਡ ਕੇ ਆਪ ਵੀ ਹਿੱਸੇ ਆਉਂਦੀ ਖਾ ਲੈਂਦੇ ਤੇ ਬੜੇ ਪ੍ਰਸੰਨ ਹੁੰਦੇ। ਇਸ ਲਈ ਹੀਰੇ ਵਿੱਚ ਉਹਨਾਂ ਨੇ ਕੋਈ ਖਾਸ ਦਿਲਚਸਪੀ ਨਾ ਵਿਖਾਈ ਤੇ ਕਿਹਾ, ਇੱਥੇ ਕਿਤੇ ਰੱਖ ਦਿਓ। ਉਸ ਬੰਦੇ ਨੇ ਝੌਂਪੜੀ ਦੀ ਠੁੰਮਣੀ ਲਾਗੇ ਪਏ ਇੱਕ ਕੁੱਜੇ ਵਿੱਚ ਉਹ ਹੀਰਾ ਪਾ ਦਿੱਤਾ ਤੇ ਚਲਾ ਗਿਆ। 6 ਮਹੀਨਿਆਂ ਬਾਅਦ ਉਹ ਆਇਆ ਤੇ ਕਮਾਲੇ ਨੂੰ ਪੁੱਛਿਆ, ਮੈਂ ਤੁਹਾਨੂੰ ਇੱਕ ਕੀਮਤੀ ਹੀਰਾ ਭੇਂਟ ਕੀਤਾ ਸੀ, ਤੁਸੀਂ ਉਸ ਨੂੰ ਵੇਚ ਕੇ ਚੰਗਾ ਮਕਾਨ ਹੀ ਬਣਾ ਲੈਂਦੇ। ਕਮਾਲੇ ਨੇ ਪੁੱਛਿਆ, ਕਿਹੜਾ ਹੀਰਾ? ਉਸ ਬੰਦੇ ਨੇ ਫੱਟ ਸਮਝਿਆ ਕਿ ਇਹ ਲਾਲਚੀ ਬੰਦਾ ਹੈ ਤੇ ਮੇਰਾ ਅਹਿਸਾਨ ਨਹੀਂ ਲੈਣਾ ਚਾਹੁੰਦਾ ਸੀ, ਤਾਂ ਏਡਾ ਕੀਮਤੀ ਹੀਰਾ ਇਹਨੂੰ ਕਿਵੇਂ ਭੁੱਲ ਸਕਦਾ? ਕਮਾਲੇ ਨੇ ਪੁੱਛਿਆ, ਕਿੱਥੇ ਰੱਖਿਆ ਸੀ? ਤਾਂ ਉਸਨੇ ਕਿਹਾ, ਉਸ ਕੁੱਜੇ ਵਿੱਚ ਪਾਇਆ ਸੀ। ਤਾਂ ਕਮਾਲੇ ਨੇ ਕਿਹਾ, ਫਿਰ ਕੁੱਜੇ ਵਿੱਚ ਹੀ ਵੇਖ। ਜਦੋਂ ਵੇਖਿਆ ਤਾਂ ਹੀਰਾ ਕੁੱਜੇ ਵਿੱਚ ਹੀ ਪਿਆ ਸੀ। ਉਸ ਤੋਂ ਬਾਅਦ ਉਸ ਬੰਦੇ ਨੇ ਕਮਾਲੇ ਦਾ ਸੱਚਾ ਭਗਤ ਹੋਣ ਦਾ ਬਹੁਤ ਪ੍ਰਚਾਰ ਕੀਤਾ, ਤਾਂ ਹੀ ਉਹਨਾਂ ਦੀ ਮਾਨਤਾ ਵਧੀ। ਕਮਾਲਾ ਭਗਤ ਦੇ ਵੀ ਯੂਪੀ ਦੇ ਨਾਲ ਦੇ ਸੂਬਿਆਂ ਵਿੱਚ ਕਈ ਮੰਦਰ ਹਨ ਤੇ ਉਹਨਾਂ ਦੀ ਕਾਫੀ ਮਾਨਤਾ ਹੈ। ਦੁਨੀਆ ਵਿੱਚ ਜਿਹੜੀ ਚੀਜ਼ ਇੱਕ ਥਾਂ ਤੇ ਠੀਕ ਹੈ, ਉਹ ਚੀਜ਼ ਦੂਜੀ ਥਾਂ ਤੇ ਗਲਤ ਹੈ। ਕਿਸੇ ਵੀ ਗੱਲ ਨੂੰ ਧਾਰਮਿਕ ਕਸਵੱਟੀ ਤੇ ਨਹੀਂ ਪਰਖਣਾ ਚਾਹੀਦਾ। ਸਿੱਖ ਧਰਮ ਇਸ ਗੱਲੋਂ ਬਹੁਤ ਵਿਸ਼ਾਲ ਤੇ ਮਾਡਰਨ ਹੈ ਤੇ ਕਹਿੰਦੇ ਹਨ ਕਿ ਕਿਸੇ ਹਿੰਦੂ ਨੇ ਕਿਹਾ, ਮੈਂ ਮੁਸਲਮਾਨ ਬਣ ਜਾਣਾ ਹੈ, ਕਿਉਂਕਿ ਮੁਸਲਮਾਨ ਧਰਮ ਵਿੱਚ ਬੜੀ ਖੁੱਲ੍ਹ ਹੈ। ਲਾਗੇ ਖਲੋਤੇ ਕਿਸੇ ਹੋਰ ਨੇ ਕਿਹਾ, ਜੇ ਬਣਨਾ ਹੀ ਹੈ ਤਾਂ ਸਿੱਖ ਬਣ। ਮੁਸਲਮਾਨ ਧਰਮ ਵਿੱਚ ਤਾਂ 20 ਪਾਬੰਦੀਆਂ ਹਨ। ਸ਼ਰਾਬ ਨਹੀਂ ਪੀ ਸਕਦੇ, ਸੂਰ ਨਹੀਂ ਖਾ ਸਕਦੇ, ਸਿਰਫ 4 ਹੀ ਸ਼ਾਦੀਆਂ ਕੀਤੀਆਂ ਜਾ ਸਕਦੀਆਂ ਹਨ, ਸੁੰਨਤ ਕਰਵਾਉਣੀ ਜ਼ਰੂਰੀ ਹੈ। ਪਰ ਦੂਜੇ ਪਾਸੇ ਸਿੱਖ ਧਰਮ ਵਿੱਚ ਜੋ ਮਰਜ਼ੀ ਖਾ, ਜੋ ਮਰਜ਼ੀ ਪੀ ਤੇ ਭਾਵੇਂ 50 ਵਿਆਹ ਕਰਵਾ, ਧਾਰਮਿਕ ਤੌਰ ਤੇ ਕੋਈ ਪਾਬੰਦੀ ਨਹੀਂ। ਜੇਬ ਵਿੱਚ ਪੈਸੇ ਹੋਣੇ ਚਾਹੀਦੇ ਹਨ। ਸਰੀਰ ਨਾਲੋਂ ਕੋਈ ਚੀਜ਼ ਕੱਟਣੀ ਨਹੀਂ। ਜਿੱਦਾਂ ਦਾ ਮਨੁੱਖ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸੇ ਤਰ੍ਹਾਂ ਦਾ ਹੀ ਰਹਿਣਾ ਹੈ। ਤੇ ਸਭ ਤੋਂ ਵੱਧ ਚੰਗੀ ਗੱਲ ਇਹ ਹੈ ਕਿ ਤੰਬਾਕੂ ਵਰਗੀ ਲਾਹਨਤ ਤੋਂ ਛੁਟਕਾਰਾ ਮਿਲਿਆ ਰਹਿੰਦਾ ਹੈ। ਪਰ ਹੁਣ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਲੋਕ ਹੀ ਸਧਾਰਨ ਸਿੱਖਾਂ ਨੂੰ ਗੁੰਮਰਾਹ ਕਰੀ ਜਾਂਦੇ ਹਨ। ਵੈਸੇ ਜਿੰਨੀ ਆਜ਼ਾਦੀ ਸਿੱਖ ਧਰਮ ਵਿੱਚ ਹੈ, ਹੋਰ ਕਿਸੇ ਵਿੱਚ ਵੀ ਨਹੀਂ। ਪਰ ਸਾਧਾਂ ਨੇ ਬ੍ਰਾਹਮਣਾਂ ਦੇ ਢਹੇ ਚੜ੍ਹ ਕੇ ਸਿੱਖ ਤੇ ਇੰਨੀਆਂ ਪਾਬੰਦੀਆਂ ਠੋਸ ਦਿੱਤੀਆਂ ਹਨ ਤੇ ਉਹਨਾਂ ਦੀ ਪਾਲਣਾ ਕਰਨ ਲਈ ਇੰਨਾ ਪ੍ਰਚਾਰ ਕਰ ਦਿੱਤਾ ਹੈ ਕਿ ਉਸ ਵਿੱਚੋਂ ਸਿੱਖੀ ਦਾ ਤੰਤ ਹੀ ਖਤਮ ਹੋ ਗਿਆ। ਹੁਣ ਉਹ ਸਾਧਾਂ ਦੇ ਆਖੇ ਲੱਗ ਕੇ ਸਿੱਖ ਰੂਪ ਵਿੱਚ ਹੁੰਦਾ ਹੋਇਆ ਵੀ ਹਿੰਦੂ ਧਰਮ ਵਿੱਚ ਵਿਲੀਨ ਹੋ ਗਿਆ। ਇਹੋ ਹੀ ਸਿੱਖ ਦਾ ਨਿਗਲਿਆ ਜਾਣਾ ਹੈ। ਜਿਵੇਂ ਲੂਣ ਦੀ ਖਾਣ ਵਿੱਚ ਡਿੱਗੀ ਹੋਈ ਕੋਈ ਵੀ ਚੀਜ਼ ਲੂਣ ਬਣ ਜਾਂਦੀ ਹੈ, ਉਹ ਹਾਲ ਹੀ ਸਿੱਖ ਦਾ ਹੈ। ਹਿੰਦੂ ਰੂਪੀ ਖਾਣ ਵਿੱਚ ਡਿੱਗ ਕੇ ਉਹ ਹਿੰਦੂ ਬਣ ਗਿਆ। ਨਹੀਂ ਤਾਂ ਕੋਈ ਦੱਸੇ ਕਿ ਸੰਸਾਰ ਵਿੱਚ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ ਬਾਰੇ ਸਾਰੀ ਸੇਧ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਹਨਾਂ ਸਾਧਾਂ ਕੋਲ ਕੀ ਹੈ? ਪਰ ਜੇ ਭੋਲੂ ਸਿੱਖ ਇਹਨਾਂ ਦੀ ਬਕ-ਬਕ ਨਾ ਸੁਣੇ ਤਾਂ ਇਹ ਵੀ ਕਿਹਨੂੰ ਸੁਣਾਉਣ। ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ, ਭਾਗ 11ਵਾਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।